ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਪਾਵਨ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ, ਕਿਉਂਕਿ ਹਰ ਪਹਿਰ, ਹਰ ਪਲ, ਹਰ ਘੜੀ ਉਸ ਮੌਤ ਦੀ ਅਮਾਨਤ ਹੈ। ਸਤਿਗੁਰੂ ਜੀ ਕਹਿੰਦੇ ਨੇ, ਛਿਨ ਛਿਨ ਕਰ ਤਨ ਛੇਜੇ, ਜਰਾ ਜਨਾਵੇ ਤਬ ਤੇਰੀ ਓਖ ਕੋਈ ਪਾਣੀ ਨਾ ਪਾਵੇ। ਕਹਿੰਦੇ ਜਿਸ ਨੇ ਪਰਮਾਤਮਾ ਨੂੰ ਯਾਦ ਕਰਨਾ, ਉਸ ਨੂੰ ਪਹਿਲਾਂ ਮੌਤ ਯਾਦ ਕਰਨੀ ਪਏਗੀ ਕਿ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਇੱਥੋਂ ਚਲੇ ਜਾਣਾ ਹੈ। ਅਤੇ ਸਾਡੇ ਉੱਤੇ ਸਤਿਗੁਰੂ ਜੀ ਕਹਿੰਦੇ ਕਿ ਇਤਨਾ ਕਰਜ਼ਾ ਚੜ੍ਹਿਆ ਹੋਇਆ ਹੈ, ਪਾਪਾਂ ਦਾ ਕਰਜ਼ਾ, ਵਿਕਾਰਾਂ ਦਾ ਕਰਜ਼ਾ ਚੜ੍ਹਿਆ ਹੋਇਆ ਆ, ਜਿਸ ਕਰਜ਼ੇ ਬਾਰੇ ਸਾਨੂੰ ਪਤਾ ਹੀ ਨਹੀਂ, ਔਰ ਦਿਨ ਰਾਤ ਕਰਜ਼ਾ ਵੱਧਦਾ ਹੈ। ਪੁੰਨ ਵੀ 10 ਗੁਣੇ ਵੱਧਦੇ ਨੇ ਅਤੇ ਸਾਧ ਸੰਗਤ ਵਿਕਾਰ, ਭੈੜੇ ਕਰਮ ਵੀ 10 ਗੁਣੇ ਵੱਧਦੇ ਨੇ। ਸਾਧ ਸੰਗਤ ਅੱਜ ਮਾੜਾ ਕੰਮ ਕਰ ਲਈਏ, ਉਹ 10 ਗੁਣੇ ਵੱਧਦਾ ਹੈ, ਉਹਨੂੰ ਵੀ ਵਿਆਜ ਲੱਗਦਾ ਹੈ। ਤਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸੰਗਤ ਵਿੱਚ ਬੈਠ ਕੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸੰਗਤ ਵਿੱਚ ਵਾਹਿਗੁਰੂ ਵਸਦਾ, ਜਿੱਥੇ ਵਾਹਿਗੁਰੂ ਵਸਦਾ ਉੱਥੇ ਸਾਧ ਸੰਗਤ ਕੋਈ ਪਾਪ ਨੇੜੇ ਆ ਨਹੀਂ ਸਕਦਾ। ਜਿਨ੍ਹਾਂ ਦੇ ਸੰਦੜੇ ਦੁਰਮਤ ਵੰਜੇ ਮਿੱਤਰ ਅਸਾਡੜੇ ਸੀ, ਕਿਉਂਕਿ ਸਤਿਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੇ ਦੀਦਾਰ ਕਰਕੇ ਅੰਦਰੋਂ ਮੈਲ ਸਾਧ ਸੰਗਤ ਧੋਤੀ ਜਾਂਦੀ ਹੈ, ਦੁਰਮਤ ਦੂਰ ਹੋ ਜਾਂਦੀ ਹੈ। ਇੱਥੇ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਵਿੱਚ ਲਿਖਦੇ, ਤੁਧ ਸਲਾਹੀ ਤਿਨ ਧਨ ਪੱਲੇ, ਨਾਨਕ ਕਾ ਧਨ ਇਹੀ ਸੇਈ। ਕਹਿੰਦੇ ਕਿ ਜਿਹੜੇ ਉਸ ਨੂੰ ਸਲਾਹੁੰਦੇ ਨੇ, ਉਹਦਾ ਨਾਮ ਜਪਦੇ ਨੇ, ਉਹਨਾਂ ਦੇ ਕੋਲ ਪਰਮਾਤਮਾ ਦੇ ਨਾਮ ਦਾ ਧਨ ਹੈ। ਅਤੇ ਉਹਨਾਂ ਦਾ ਮੁੱਖ ਡਿੱਠਣ ਨਾਲ ਹੀ ਸਾਧ ਸੰਗਤ ਨਾਨਕ ਕਾ ਧਨ ਸੇਈ, ਜੇ ਕੋ ਜੀ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਕਹਿੰਦੇ ਜੇ ਉਹਨਾਂ ਜੀ ਕਰਕੇ ਸਤਿਕਾਰ ਕਰਕੇ ਨਾਮ ਜਪਣ ਵਾਲੇ ਨੂੰ ਤਾਂ ਕੋਈ ਸਤਿਕਾਰ ਕਰੇ ਸਾਧ ਸੰਗਤ, ਇੱਜ਼ਤ ਸਤਿਕਾਰ ਨਾਲ, ਕਿਤਨਾ ਵੀ ਪਾਪੀ ਹੋਵੇ ਪਰ ਕਿਸੇ ਪੁੰਨੀ ਬੰਦੇ ਦਾ ਨਾਮ ਜਪਣ ਵਾਲੇ ਦਾ ਜੇ ਉਹ ਸਤਿਕਾਰ ਕਰਕੇ ਬੁਲਾਉਂਦਾ ਆ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕਿ ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਪਏਗੀ। ਜਮ ਹਰੇਕ ਨੂੰ ਲੈਣਾ ਹੁੰਦਾ, ਵੱਡੇ ਤੋਂ ਵੱਡੇ ਪਾਪੀ ਨੂੰ ਵੀ ਜਮ ਦੀ ਮਾਰ ਨਹੀਂ ਪਏਗੀ। ਤਾਂ ਤੇ ਸਾਧ ਸੰਗਤ ਸਤਿਗੁਰੂ ਜੀ ਗੁਰਬਾਣੀ 'ਚ ਲਿਖਦੇ ਨੇ, ਪੁੰਨ ਪ੍ਰਤਾਪਨ ਬਾਟ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ। ਬਹੁਤ ਛੂਟ ਹੈ ਗੁਰ ਸੰਗਤ ਵਿੱਚ ਆਉਣ ਨਾਲ। ਸਤਿਗੁਰੂ ਜੀ ਕਹਿੰਦੇ ਪੁੰਨ ਪ੍ਰਤਾਪਨ ਬਾਟ ਜੈਤ ਤੁਨ। ਸਤਿਗੁਰੂ ਜੀ ਕਹਿੰਦੇ ਗੱਜ ਵੱਜ ਕੇ ਫਤਿਹ ਬੁਲਾਉਣ ਨਾਲ, ਜੈਤ ਤੁਨ ਸਾਡੀ ਕਿਹੜੀ ਆ? ਉਹ ਫਤਿਹ। ਇੱਕ ਫਤਿਹ ਬੁਲਾਉਣ ਨਾਲ ਕੀ ਮਿਲੇਗਾ? ਕਹਿੰਦੇ ਜਿਵੇਂ ਕਿਸੇ ਜਵਾਰ ਦੇ ਜਾਂ ਕਿਸੇ ਫਸਲ ਵਿੱਚ ਉਸੇ ਰੰਗ ਦੇ ਜਾਨਵਰ ਬੈਠੇ ਹੋਣ। ਹੁਣ ਹਰੇ ਰੰਗ ਦੀ ਜਵਾਰ ਹੈ, ਹਰੇ ਰੰਗ ਦੇ ਤੋਤੇ ਬੈਠੇ ਨੇ ਵਿੱਚ, ਪਤਾ ਨਹੀਂ ਚੱਲਦਾ। ਪਰ ਜੇ ਗੱਜ ਵੱਜ ਕੇ ਉੱਥੇ ਕੋਈ ਢੋਲ ਵਜਾ ਦੇਵੇ, ਰੌਲਾ ਪਾ ਦੇਵੇ, ਉਹ ਆਪੇ ਹੀ ਉੜ ਜਾਂਦੇ ਨੇ, ਉਹਨਾਂ ਨੂੰ ਉਡਾਉਣ ਦੀ ਲੋੜ ਨਹੀਂ ਪੈਂਦੀ। ਇਸੇ ਤਰੀਕੇ ਨਾਲ ਸਤਿਗੁਰੂ ਜੀ ਕਹਿੰਦੇ ਤੇਰੇ ਸੀਰ ਦੇ ਅੰਦਰ ਪਾਪਾਂ ਦੇ ਢੇਰ ਲੱਗੇ ਹੋਏ ਨੇ, ਪਰ ਤੇ ਜੋ ਗੱਜ ਵੱਜ ਕੇ ਫਤਿਹ ਬੁਲਾਏਗਾ ਨਾ, ਪੁੰਨ ਪ੍ਰਤਾਪਨ ਬਾਟ ਜੈਤ ਤੁਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖ ਰਹੇ ਨੇ ਸੋਈਆਂ ਵਿੱਚ, ਪੁੰਨ ਪ੍ਰਤਾਪਨ ਬਾਟ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ। ਕਹਿੰਦੇ ਪਾਪਾਂ ਦੇ ਢੇਰਾਂ ਦੇ ਢੇਰ ਖਤਮ ਹੋ ਜਾਣਗੇ। ਰਸਨਾ ਨੂੰ ਪਵਿੱਤਰ ਕਰੀਏ, ਗੱਜ ਵੱਜ ਕੇ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਸਥਾਨ ਦੇ ਵਿੱਚ ਸਾਧ ਸੰਗਤ ਇੱਕ ਬੀਬੀ, ਵਾਹਿਗੁਰੂ ਦੀ ਉਸ 'ਤੇ ਐਸੀ ਕਿਰਪਾ, ਘਰ ਪਰਿਵਾਰ ਵੀ ਗੁਰਸਿੱਖ ਹੈ, ਮਾਤਾ ਦੀ ਸਭ ਤੋਂ ਜ਼ਿਆਦਾ ਬੱਚੇ ਨੂੰ ਦੇਣ ਹੁੰਦੀ ਹੈ। ਇੱਥੇ ਤੱਕ ਵੀ ਇੱਕ ਸੰਤ ਕਥਾ ਕਰਦੇ ਸੀ, ਉਹਨਾਂ ਤੋਂ ਸੁਣ ਕੇ ਕਿਸੇ ਨੇ ਸਾਡੇ ਨਾਲ ਬਚਨ ਸਾਂਝਾ ਕੀਤਾ, ਜਦੋਂ ਵੀ ਕਿਸੇ ਬੱਚੇ ਦਾ ਰਿਸ਼ਤਾ ਲੈਣਾ ਹੋਵੇ, ਧੀ ਦਾ ਰਿਸ਼ਤਾ, ਆਪਣੇ ਪੁੱਤ ਵਿਆਹੁਣਾ ਹੋਵੇ, ਕਹਿੰਦੇ ਮਾਂ ਵੱਲ ਨੂੰ ਦੇਖਣਾ ਚਾਹੀਦਾ ਆ ਕਿ ਮਾਂ 'ਚ ਗੁਰਸਿੱਖੀ ਕਿੰਨੀ ਆ, ਮਾਂ
ਦੇ ਕਰਮ ਕਿਹੋ ਜਿਹੇ ਨੇ, ਮਾਂ ਦੀ ਸਿੱਖਿਆ ਕੀ ਹੈ ਪਿੰਡ ਵਿੱਚ। ਕਿਉਂਕਿ ਮਾਂ ਦੀ ਸਿੱਖਿਆ ਦਾ ਧੀ ਉੱਤੇ ਕੁਦਰਤੀ ਅਸਰ ਹੁੰਦਾ ਹੈ। ਉੱਥੇ ਹੀ ਪਤਾ ਲੱਗ ਜਾਏਗਾ ਧੀ ਕਿੰਨੀ ਕਾ ਕੇ ਨੌ ਬਣ ਕੇ ਸੇਵਾ ਕਰੇਗੀ। ਕਹਿੰਦੇ ਜੇ ਧੀ ਵਿਆਹੁਣੀ ਹੋਵੇ ਤੇ ਪਿਓ ਦੇ ਮੁੱਖ ਵੱਲ ਦੇਖਣਾ ਚਾਹੀਦਾ। ਇਸ ਦੇ ਪਿਓ ਦੀ ਪਿੰਡ ਵਿੱਚ ਆਲੇ ਦੁਆਲੇ ਵਿੱਚ ਕੀ ਸਤਿਕਾਰ ਹੈ, ਕੀ ਇੱਜ਼ਤ ਹੈ, ਕਿਹੋ ਜਿਹਾ ਵਿਹਾਰ ਹੈ, ਉਹ ਜਿਹਾ ਹੀ ਪੁੱਤ ਉੱਤੇ ਅਸਰ ਹੁੰਦਾ ਹੈ। ਹੁਣ ਇਹ ਬੀਬੀ ਰਾਜਸਥਾਨ 'ਚ ਰਹਿੰਦੀ ਹੈ। 1917 ਦੀ ਗੱਲ ਹੈ, 2 3 4 5 ਸਾਲ ਪਹਿਲਾਂ ਹੁੰਦੀ ਹੋਈ ਆ। ਹਿਰਦੇ ਵਿੱਚ ਕੁਦਰਤੀ ਜਦੋਂ ਸ਼ੁਰੂ ਤੋਂ ਲਗਨ ਸੀ, ਮਾਤਾ ਸੀਗੀ, ਮਾਂ ਉਹਦੀ ਗੁਰਸਿੱਖ ਸੀਗੀ, ਉਹਨੂੰ ਸ਼ੁਰੂ ਤੋਂ ਹੀ ਗੁਰਬਾਣੀ ਪੜ੍ਹਨ ਦਾ ਸ਼ੌਂਕ। ਅਜੇ 2ਰੀ 3ਰੀ ਕਲਾਸ 'ਚ ਪੜ੍ਹਦੀ ਸੀਗੀ ਅਤੇ ਉਹਨੂੰ ਜਪਜੀ ਸਾਹਿਬ ਕੰਠ ਹੋ ਗਿਆ। ਉਹਨੇ ਬਾਣੀ ਬਹੁਤ ਪੜ੍ਹਨੀ ਅਤੇ ਗੁਰੂ ਮਹਾਰਾਜ ਦੀ ਮੱਥਾ ਵੀ ਟੇਕਣਾ, ਮਹਾਰਾਜ ਦਾ ਸਤਿਕਾਰ ਬਹੁਤ ਕਰਨਾ। ਜਦੋਂ 7ਵੀਂ ਕਲਾਸ ਵਿੱਚ ਸੀ, ਉਹਨਾਂ ਦੇ ਸਮਾਗਮ ਇੱਕ ਹੋਇਆ ਸਾਧ ਸੰਗਤ ਸਕੂਲ ਵਿੱਚ। ਉੱਥੇ ਕਿਹਾ ਗਿਆ ਜਿਹੜਾ ਸਭ ਤੋਂ ਵੱਧ ਬਾਣੀ ਸੁਣਾਏਗਾ ਉਹ ਇਨਾਮ ਦਿੱਤਾ ਜਾਏਗਾ। ਇਸ ਬੱਚੇ ਨੇ ਗੁਰਬਾਣੀ ਵੀ ਬਹੁਤ ਸੁਣਾਈ, ਵੱਧ ਪੂਰਾ ਜਪਜੀ ਸਾਹਿਬ ਦਾ ਪਾਠ ਵੀ ਸੁਣਾਇਆ, ਹੋਰ ਬਾਣੀ ਵੀ ਸੁਣਾਈ, ਉਹਦੇ ਅਰਥ ਵੀ ਕਰਕੇ ਦੱਸਦੇ। ਕਿਉਂਕਿ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ, ਜਿਹਾ ਮਨੋਰਥ ਕਰ ਅਰਾਧੇ ਤੇਹਾ ਜਲ ਦੇਵੇ ਪ੍ਰਕਾਰਾ। ਗੁਰਬਾਣੀ ਕਹਿੰਦੇ ਤੇਰੀ ਸੁਰਤ, ਧਿਆਨ, ਤੇਰੇ ਖਿਆਲ ਜਿਹੋ ਜਿਹੇ ਹੋਣਗੇ ਵਾਹਿਗੁਰੂ ਉਹੋ ਜਿਹੀ ਤੈਨੂੰ ਤਰੱਕੀ ਦੇ ਦੇਗਾ। ਐਸਾ ਜਲ ਦੇਵੇ ਪ੍ਰਕਾਰ। ਅਰਦਾਸ ਕਰਦੇ ਹਾਂ ਨਾ ਆਪਾਂ ਮਹਾਰਾਜ ਮੋਰੇ, ਜੇ ਅੰਦਰ ਸਾਨੂੰ ਇਹ ਵਿਕਾਰ ਛੱਡਣ ਦਾ ਸ਼ੌਂਕ, ਸ਼ਰਾਬ ਛੱਡਣ ਦਾ ਸ਼ੌਂਕ, ਮਾੜੇ ਕਰਨ ਛੱਡਣ ਵਾਸਤੇ ਸਾਡਾ ਮਨ ਮੰਨ ਜਾਵੇ, ਫਿਰ ਅਰਦਾਸ ਕਰੀਏ ਅਤੇ ਸਤਿਗੁਰੂ ਜੀ ਕਹਿੰਦੇ ਉਹਦੀ ਅਰਦਾਸ ਸੁਣੀ ਜਾਂਦੀ ਅਤੇ ਗੁਰੂ ਕਿਰਪਾ ਕਰਦਾ, ਉਹ ਭੈੜੇ ਕੰਮਾਂ ਤੋਂ ਬਚ ਜਾਂਦਾ ਹੈ। ਹੁਣ ਇਹਨੂੰ ਸ਼ੁਰੂ ਤੋਂ ਸ਼ੌਂਕ ਹੈ, ਹਰ ਚੀਜ਼, ਕਥਾ ਵੀ ਇੱਕ ਸ਼ੌਂਕ ਆ, ਸਾਧ ਸੰਗਤ ਤਾਂ ਹੀ ਹੋ ਪਾਉਂਦੀ ਆ। ਕਥਾ ਸੁਣਨਾ ਵੀ ਇੱਕ ਸ਼ੌਂਕ ਆ। ਇਹ ਇਹੋ ਜਿਹੇ ਸ਼ੌਂਕ ਨੇ ਜਿਹੜੇ ਦਰਗਾਹ ਵਿੱਚ ਗੁਰੂ ਨਾਨਕ ਘਰ ਵਿੱਚ ਕਬੂਲ ਹੁੰਦੇ ਨੇ। ਉਥਾਨ ਕਾ ਹਰ ਸ਼ਬਦ ਦੇ ਅੱਗੇ ਪਹਿਲਾਂ ਪੁਰਾਣੇ ਮਹਾਂਪੁਰਸ਼ ਜਿੰਨੇ ਵੀ ਕਥਾ ਕਰਦੇ ਸੀ, ਉਹ ਇਹ ਨਹੀਂ ਕਿ ਆਪਣੀ ਮਰਜ਼ੀ ਨਾਲ ਕੋਈ ਸਾਖੀ ਲਾ ਦੇਣੀ। ਜੋ ਹੁਕਮਨਾਮਾ ਆਇਆ ਉਹਦੇ ਮੁਤਾਬਕ ਉਹਨੂੰ ਸਮਝਾਉਣ ਵਾਸਤੇ ਉਥਾਨ ਕਾ ਸਾਖੀ, ਉਹ ਵੀ ਗੁਰਮਤਿ ਵਿੱਚ, ਗੁਰੂ ਘਰ ਵਿੱਚ, ਗੁਰੂ ਘਰ ਤੋਂ ਲੈ ਕੇ ਸਾਖੀ ਲਾਉਂਦੇ ਸਨ, ਜੋ ਗੁਰੂ ਨਾਲ ਟੁੱਟਦੀ ਹੋਵੇ। ਇਸੇ ਤਰੀਕੇ ਨਾਲ ਸਾਧ ਸੰਗਤ ਤੋਂ ਬੀਬੀ ਉਹਨੂੰ ਸ਼ੌਂਕ ਸ਼ੁਰੂ ਤੋਂ ਬਚਪਨ ਤੋਂ ਹੀ ਹੋ ਗਿਆ ਗੁਰਬਾਣੀ ਪੜ੍ਹਨ ਦਾ, ਸੁਣਦੀ ਰਹੀ ਬਾਣੀ। ਅਤੇ ਉਸਨੇ ਸਾਧ ਸੰਗਤ ਬੜੀ ਹੋ ਗਈ ਅਤੇ ਸਾਧ ਸੰਗਤ ਵਿਆਹ ਹੋ ਗਿਆ ਉਸਦਾ। ਵਿਆਹ ਵੀ ਚੰਗੇ ਘਰ ਹੋ ਗਿਆ, ਸੀਗੇ ਚੰਗੇ ਘਰ ਦੀ ਸੀਗੀ। ਵਿਆਹ ਹੋਣ ਤੋਂ ਬਾਅਦ ਸਾਧ ਸੰਗਤ ਉਸਨੇ ਘਰ ਦੇ ਸਹੁਰਿਆਂ ਘਰ ਗਈ, ਪਰ ਉੱਥੇ ਵੀ ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠੀ ਸਿੰਘ ਕੋਲ ਜਾਣਾ, ਬਾਣੀ ਪੜ੍ਹਨੀ, ਆਪ ਪ੍ਰਕਾਸ਼ ਵੀ ਕਰ ਲੈਣਾ। ਕਈ ਵਾਰੀ ਸਵੇਰ ਨੂੰ, ਸ਼ਾਮ ਨੂੰ ਵੀ ਰਹਿਣਾ ਸੁਣਨੀ। ਗੁਰਬਾਣੀ ਤੋਂ ਧਿਆਨ ਨਹੀਂ ਉਹਨੇ ਹਟਾਇਆ। ਪਰ ਉਹ ਜਿਹੜਾ ਪਰਿਵਾਰ ਸੀ ਸਾਧ ਸੰਗਤ ਕਿਸੇ ਬਾਬੇ ਨੂੰ ਮੰਨਦਾ ਸੀਗਾ, ਦੇਹਧਾਰੀ ਗੁਰੂ ਨੂੰ, ਗੁਰੂ ਕਹਿ ਲਓ ਜਾਂ ਬਾਬਾ, ਜਿੱਥੇ ਜਾਂਦੇ ਸੀ। ਅਤੇ ਉਹਨਾਂ ਨੂੰ ਇਹ ਚੀਜ਼, ਕਈ ਨੇ ਗੁਰੂ ਮਹਾਰਾਜ ਨੂੰ ਵੀ ਮੱਥਾ ਟੇਕਦੇ ਨੇ, ਫਿਰ ਮੜੀਆਂ 'ਤੇ ਵੀ ਟੇਕ ਲੈਂਦੇ ਨੇ। ਜਿੱਥੇ ਵੀ ਸਤਿਗੁਰੂ ਜੀ ਦੇ ਅਸਥਾਨ ਨੇ, ਜ਼ਿਆਦਾਤਰ ਸਾਧ ਸੰਗਤ ਦਾ ਆਲਾ ਦੁਆਲਾ ਜਿੰਨਾ ਹੁੰਦਾ ਨਾ, ਉਹ ਮੜੀਆਂ ਮਸਾਣਾਂ ਨਾਲ, ਦੇਹਧਾਰੀਆਂ ਨਾਲ ਭਰਿਆ ਹੁੰਦਾ ਹੈ। ਕਿਉਂਕਿ ਥਾਣੇ ਚੌਂਕੀਆਂ ਉੱਥੇ ਹੀ ਬਣਦੇ ਨੇ ਜਿੱਥੇ ਗੁੰਡੇ ਬਦਮਾਸ਼ ਜ਼ਿਆਦਾ ਹੁੰਦੇ ਨੇ, ਪਾਪ ਜ਼ਿਆਦਾ ਹੁੰਦੇ ਨੇ। ਭੂਤਾਂ ਨੂੰ ਹੀ ਗੁਰੂ ਮੰਨੀ ਜਾਂਦੇ। ਦੱਸੋ ਸਾਧ ਸੰਗਤ, ਜਿਹੜੇ ਖੁਦ ਮਰ ਕੇ ਮੜੀਆਂ 'ਚ ਪਏ ਨੇ, ਉਹ ਸਾਨੂੰ ਕੀ ਤਾਰਨਗੇ? ਹੁਣ ਇਹ ਬੀਬੀ ਤੇ ਗੁਰਦੁਆਰੇ ਜਾਵੇ, ਪਰ ਉਹ ਬਾਬਿਆਂ ਨੂੰ ਮੰਨਦੇ ਨੇ, ਬਾਬਿਆਂ ਦੇ ਜਾਂਦੇ ਨੇ। ਸੁਭਾਅ ਨਹੀਂ ਰਲਦੇ, ਆਪਸ ਵਿੱਚ ਵਿਚਾਰ ਨਹੀਂ ਰਲਦੇ। ਦੋਸਤੀ ਵਿਚਾਰ ਦੀ ਹੁੰਦੀ ਹੈ, ਰਿਸ਼ਤੇਦਾਰੀ ਕਈ ਕਹਿੰਦੇ ਨਾ ਆਪਾਂ, ਇਹ ਖੂਨ ਦਾ ਰਿਸ਼ਤਾ ਆ। ਖੂਨ ਦਾ ਰਿਸ਼ਤਾ ਸਾਧ ਸੰਗਤ ਵੱਡਾ ਨਹੀਂ ਹੁੰਦਾ। ਖੂਨ ਤੇ ਕੰਸ ਤੇ ਕ੍ਰਿਸ਼ਨ ਸਕੇ ਮਾਮਾ ਭਾਣਜੇ ਸੀਗੇ। ਪ੍ਰਿਥੀ ਚੰਦ ਤੇ ਗੁਰੂ ਮਹਾਰਾਜ ਦਾ ਸਕਾ ਹੀ ਪੁੱਤਰ ਸੀਗਾ, ਖੂਨ ਦਾ ਹੀ ਰਿਸ਼ਤਾ ਸੀ। ਖੂਨ ਦਾ ਰਿਸ਼ਤਾ ਨਹੀਂ ਵੱਡਾ ਹੁੰਦਾ, ਰਿਸ਼ਤਾ ਹਮੇਸ਼ਾ ਵਿਚਾਰ ਦਾ ਵੱਡਾ ਹੁੰਦਾ, ਖਿਆਲ ਦਾ ਰਿਸ਼ਤਾ। ਜਿੱਥੇ ਖਿਆਲ ਰਲ ਜਾਣ, ਵਿਚਾਰ ਰਲ ਜਾਣ, ਉਹ ਰਿਸ਼ਤੇ ਵੱਡੇ ਹੁੰਦੇ ਨੇ, ਉੱਥੇ ਨਿਭ ਜਾਂਦੀ ਹੈ। ਹੁਣ ਸਾਧ ਸੰਗਤ ਬੱਚੀ, ਇਹਦੇ ਖਿਆਲ ਨਹੀਂ ਉਹਨਾਂ ਨਾਲ ਰਲਦੇ। ਇਹਨੇ ਗੁਰੂ ਮਹਾਰਾਜ ਘਰ ਜਾਣਾ, ਉਹਨਾਂ ਨੇ ਬਾਬਿਆਂ ਦੇ ਜਾਣਾ। ਪਹਿਲਾਂ ਤੱਕ ਸਾਲ 2 ਸਾਲ ਨਿਕਲ ਗਏ ਇੱਦਾਂ ਹੀ ਦਬ ਦਬਾ ਕੇ,
वो भी वड्डे घर दी सी, बराबर दे सीगे दोने। फिर एक घरदिਆਂ ਨੂੰ हौली हौली की साडी नौंह आ, साडी गल ही नहीं मनती हैगी। अक्सर मन में हुंदा आ कि असीं अपनी गल मनाउणी, आदमी भी परेशान तंग। ये बाबा जे आउंदा भी है घर 'च, असीं बाबे नूं लैके आउंदे आ, ये मूँह मरोड़ रखदी आ, कोई बाबे की इज्जत नहीं करती, मत्था भी नहीं टेकदी बाबे नूं। क्योंकि जिन्हें गुरु ग्रंथ साहिब महाराज नूं मत्था टेकता उन्होंने होर किते मत्था टेकण की जरूरत नहीं। साध संगत शब्द गुरु पै दीख्या लेवै, ये गुरु तो ही शब्द की दीख्या मिलती। उन्हें अंदरों नफरत करती। ये बाबा आ जाना ठीक आ, सौरिਆਂ ਦੇ करके दबा सीगा, जल पानी छकाउणा सब कुछ, पर सत्कार नहीं अंदर देना। तो बाबा भी समझदा सी मेरे सारा ही परिवार सत्कार करता, पर इन्हां दी जिहड़ी नौंह आई आ ਇਹਦੇ अंदर कोई सत्कार वाली भावना वाली गल नहीं हैगी। हौली हौली विचार आपस में दूरियां बन गई चले गई, इतनियां दूरियां बन गई। उन्होंने कह दिता घरदिਆਂ ने, आदमी ने भी, कि तू गुरुद्वारे नहीं जाना है। आप बाबिਆਂ ਨੂੰ सारे मानते हैं, असीं बाबिਆਂ ਦੇ जाना आ, बाबिਆਂ ने मत्था टेकना, बाबिਆਂ तो सानू सब कुछ मिलिया आ, असीं बाबिਆਂ तो जो मंगिया वो सानू मिलिया आ। ते तू भी साढ़े घर नौं बन के बाबिਆਂ ਦੀ देन है। असीं बाबिਆਂ कोल अरदास कराई सी, बाबिਆਂ कोल गए सीगे, तो बाबिਆਂ ਦੇ घर चलना डेरिਆਂ ते मत्था टेकना आ, उत्थे बाबिਆਂ तो सब कुछ लेना आ। पर इहदा मन ना मन्ने, जाका सतगुर पूरा। वो कहते मैं तो अपने सतगुरु गुरु ग्रंथ साहिब सच्चे पातशाह तो बिना सत्कार सब दा कीता, पर किसी नूं असीं गुरु मन के या मत्था टेक के या मेरा सब तो वड्डा बाबा आ, वो तो मेरा गुरु ग्रंथ साहिब तो बिना कोई होर बाबा नहीं। हुण घर दे ज़्यादा तंग हो गए। वो कहते तुहाडा बाबा ना खा सकता, ना तुहाडा बाबा पी सकता है, ना तुहाडा बाबा तुर सकता है, ना तुहाडा बाबा आ सकता, ना किते जा सकता है। किहड़े बाबे ने गुरु की तू गल करदी आ? साडा बाबा खांदा भी आ, पींदा भी आ, आउंदा भी आ, जांदा भी आ, सुणदा भी आ, साडियां मुरादां भी पूरीआं करदा आ। बच्चे कहते कि इस शब्द गुरु सतगुरु गुरु गोबिंद सिंह महाराज ने गुरता गति गुरु ग्रंथ साहिब बख्शी है। तो साध संगत उस वेले सारिया मर्यादा भी सतगुरु जी ने दढ़ाइयां कि सतगुरु का इशनान किवें कराउणा। सतगुरु जी ने एक एक सफ़े नूं साफ करना रमाल नाल, ये गुरु ग्रंथ साहिब महाराज का इशनान है। जब इस तरह कह के अखीर उन्होंने तंग इतना करता, कहते कि जे तेरा बाबा पूरा आ ना, तो 31 तरीक तक तू अपने बाबे नूं घर बुला। तेरा बाबा जे आपे चल के घर आ जाए तो असीं सारे मान लवांगे कि तेरा बाबा पूरा आ, असीं तेरे बाबे दे लड़ लग जावांगे। जे तेरा बाबा अपने आप चल के घर ना आया, फिर तेनों साडा बाबे नूं मनना पएगा। साडा बाबा जदों असीं बुलाउने आ, याद करते हैं, सुनेहा भेजदे, उदों ही आ जांदा। तू अपने बाबे नूं सुनेहा भेज, तेरा बाबा घर आवे चल के। बड़ा तगड़ा परचा पाता कि बाबा सतगुरु जी कहते चल के तो वह आवे जिहड़ा किते गया होवे, दूर होवे, जिहड़ा है ही शब्द हिरदे वेखिया, उन्हें कित्थों चल के आउणा। आद अंत एक अवतारा सोई गुरु समझो हमारा। कुदरती बीबियां दे अंदर ये गुरु तेग बहादुर जी ने वर भी दिता, माइयां रब रजाइयां, ये इन्हां दी लगन जिस पासे लग जाती है फिर अधूरी नहीं रहिंदी, अखीर तक परपक रहिंदा इन्हां दा निश्चा। एक कुदरती गल हुंदी, असीं डोल जाते हैं जी थोड़ा बहुता, पर उस बीबी के अंदर एक कोई लगन, वो अंदर बैठ के ही नाम जपण लग पई। ग्रंथी सिंह हमेशा उन्हें जाना रमाले साफ करने धोने, उन्होंने जाना छड्ड दिता। उन्हें कहा कि हे सच्चे पातशाह तू समर्थ गुरु है, पर मेरे जिहड़े सहुरा घर है ये मनमुख ने, इन्हों तेरी सार नहीं है। तू मेरी लाजपत रख, इन्होंने मन से कोई ऐसा प्रभाव सच्चे पातशाह पा दिओ जिहड़ा ये तुहाडे नालों मैं टुट ना सकां, मैं तुहाडे नाल जुड़ी रहां। पर यह सहुरे का दबाव आ, इन्हां दी गल मैनूं मननी पैंदी है। इन्हां ने 31 तरीक रखती, दिन थोड़े ही ने, तू आप ही कोई ऐसा कौतक वरता मालका जिन्हां मेरी लाजपत रह जाए। तो कहते असीं सारे ही गुरु नाल जुड़ जावांगे जे तेरा गुरु चल के घर आ जाए। इन्हें सिमरन करना शुरू करता, बंदगी करनी शुरू करती। जाको मुश्किल अत बने ढोई कोई ना दे,
लागू होए दुश्मना साक भी भज खले। सच पे भजे आसरा चौके सब असराओ, चित आवे उस पार ब्रह्म ता लगे न तत्ती वाह। कहते जब तो मुश्किल अत बने, जे अत की मुश्किल बन गई ढोई कोई ना दे, कोई भी बंदा ढोई ना दवे। लागू होए दुश्मना, दुश्मन भी तगड़े होके लगन लग पन। लागू होए दुश्मना साक भी भज खले, जेड़े रिश्तेदार वो भी बिपत पड़ी सबहू संग छाड़त को न आवत नेरे। जो बिपता पैदी अपने भी छड्ड के चले जाते हैं। तो सतगुरु सच्चे पातशाह महाराज कहते ने साक भी भज खले, जे रिश्तेदार भी सारे छड्ड के चले जान। चित साक भी भज खले सभे भज आसरा चुके सब असराओ। कहते सारे आसरे टुट जान, कोई सारा ना रहे। चित आवे उस पार ब्रह्म ता लगे न तत्ती वाह। जो वाहिगुरु चित्ते आ जाए साध संगत तत्ती वाह भी नहीं लगती। इन्हें अमृत वेले उठ के गुरद्वारा जाना तो बंद करता था बेचारी का। मालक के चरणों में लगातार रात दिन एक ही अरदास सच्चे पातशाह कट कट के अंतर की जानत भले बुरे की पीर पछानत तू लाजपत रख। तो ते समर्थ गुरु आ, ये तो पखंडी गुरु ने, ये तो अपने आप भी मुक्त नहीं हो सकते। किसी ने मुक्त की करना है। एक दिन बीत्या, दो दिन बीत्या, नाम का साध संग सरीर के अंदर बड़ा आसरा होता है। क्योंकि जब नाम हिरदे में वसदा, एक शब्द मेरे प्राण बसता है, प्राणा विच वस जाता, अंदर रच जाता है। अचिंत कम करे तिस जन के जिन हर का नाम प्यारा। अचिंत ही उन्हें पता ही नहीं लगता, वो कम सारे मालक आप ही कर देता है। नानक चिंता मत करो चिंता तिसी है, जल में जन तो पाए न तिना भी रोजी दे। उथे हट ना चले ना को किरस करे, सौदा मूल ना होवे ना को लय ना दे। बिच उपाय सायरा तिना भी सार करे। कहते कि वो समुद्र के जीव जिहड़े ने उन्होंने भी रिजक दिंदा मालक, तू क्यों चिंता करता। एक दिन बीत्या, दो दिन बीते, साध संग अखीर 31 तरीक जी तरीक आ गई। हम सतगुरु जी कितने चल के आने, क्योंकि वो तो हर घट में वसते हैं। जिदन 31 तरीक हुई तो साध संग इतना मीह पिया, उदों इन्ने वधिया गुरुद्वारे नहीं होंदे सी, कच्चे गुरुद्वारे होंदे सी। और छत चौन लग पई अमृत वेले, मीह बहुत ज़्यादा बरन लग गया। तो एक कोई जगह थोड़ी जी जगह छोटे गुरुद्वारे होंदे सी, थोड़ी जगह राजस्थान की गल है, हुण भी जाके साध संगत आप मिल सकते हैं, जी परिवार हैगा। वो छोटा गुरुद्वारा सीगा, कहते वो ग्रंथी सिंह ने अपने प्रधान को बुलाया, कमेटी सद्या, सारी फोन किते, क्या कि इसका गुरुद्वारा चौन लग पिया। छत महाराज के स्वरूप से पानी गिर जाना, किस तरह चंद्र से पानी रुक गया। उन्हें बहुत जल्दी महाराज संतोखे और थोड़ा छोटा जहा पलंग उत्ते रखे, पर मीह बड़ी जोर की बरक के हटिया तो घटा फिर चढ़ गई। प्रधान भी आया, सारे आए, कहते इस तरह करिए महाराज स्वरूप किसी घर में थोड़े दिन वास्ते आप विराजमान कर देंगे हैं, जब तक यदा प्रबंध गुरदा सादा कर लेते हैं। उन्हें ये आई है पाठी ग्रंथ सिंह कहता बीबी का नाम लिया। बीबी उन्होंने घर भी बड़ा तगड़ा आ, वो श्रद्धा भी गुरु ग्रंथ साहब महाराज की बहुत ज़्यादा आ। कमेटी ने कहा कि तुम सारे राजी हो तो आप उन्होंने पुछ के उन्होंने घर कोई साफ कमरा लैके महाराज कुछ दिन वास्ते उत्थे प्रकाश कर दीए। कमेटी भी सारी मन गई कि हुण तां मीह वरिया चोया, छत चोई है, दो सरूप ने, तो बाद में फिर होर मीह आ गया, फिर प्रकाश नहीं हो पाना। प्रकाश अस्थान उत्ते ही छत चो रही है, आले दुआले उन्हें दिन प्रकाश नहीं हो पाना, पानी अंदर जाता। ये सच्ची गल है। साध संगत उस वेले फिर ग्रंथी कहता कि उन्होंने पता करियो, कि ग्रंथी सिंह ने उन्होंने पता की करना। तो बीबी बहुत सेवा गुरु महाराज की करती है। आप जो पता कर जाना, जानू घटा फिर चढ़ी मीह फिर आ जाना, तुम महाराज चक्को सूप छत्र ताणो, आप सारे लैके सूप चलते हैं। तो कोई गल सिर ते शीश ते सूप होएगा पीला साह के उत्ते। असी खड़े खड़े ही कोई ना कोई उन्होंने कई कमरे ने
ਉਹਨੇ ਤਾਂ ਕਦੀ ਨਾ ਹੀ ਨਹੀਂ ਕਰਨੀ ਉਸ ਬੀਬੀ ਨੇ। ਤੇ ਸ਼ੁਕਰ ਕਰਨਾ ਆ ਕਿ ਮਾਲਕ ਮੇਰੇ ਘਰ ਵਿੱਚ ਆਏ ਆ, ਸੇਵਾ ਦਾ ਮੈਨੂੰ ਮੌਕਾ ਮਿਲਿਆ ਆ, ਮੈਂ ਸੇਵਾ ਕਰ ਲਵਾਂ। ਤੇ ਉਹਨੂੰ ਪੁੱਛਣ ਦੀ ਲੋੜ ਨਹੀਂ, ਉਸ ਘਰ ਉਸ ਬੀਬੀ ਦੇ ਘਰ ਪੁੱਛਣ ਜਾਣ ਦੀ ਲੋੜ ਨਹੀਂ। ਤੁਸੀਂ ਚਲੋ, ਸਾਰੇ ਹੀ ਮੰਨ ਗਏ। ਸਰੂਪ ਮਹਾਰਾਜ ਦਾ ਚੱਕ ਲਿਆ, ਸੀਸ ਉੱਤੇ ਰੱਖ ਲਿਆ, ਰੱਖ ਕੇ ਸਾਧ ਸੰਗਤ ਚੌਰ ਕਰਕੇ ਚੱਲਦੇ। ਸਤਿਨਾਮ ਵਾਹਿਗੁਰੂ ਘਰ ਦੀ ਕਮੇਟੀ ਵੀ ਨਾਲ, ਤੇ ਸਾਰੇ ਘਰ ਦੇ ਦਰਵਾਜ਼ੇ ਲੱਗੇ ਪਹੁੰਚੇ। ਦਰਵਾਜ਼ਾ ਛੇਤੀ ਖੋਲ੍ਹੋ। ਗ੍ਰੰਥੀ ਸਿੰਘ ਪਹਿਲਾਂ ਤੋਂ ਜਾਣਦਾ ਹੀ ਸੀਗਾ ਕਿ ਰਮਾਲੇ ਧੋਂਦੀ ਹੈ, ਬਹੁਤ ਸੇਵਾ ਕਰਦੀ ਹੈ, ਸਭ ਕੁਛ। ਬੀਬੀ ਨੂੰ ਦੇਖਿਆ, ਬੀਬੀ ਨੇ ਸਿਰ ਝੁਕਾਇਆ। ਹੁਣ ਘਰ ਆਏ ਜਿਹੜੇ ਬਾਬਿਆਂ ਨੂੰ ਮੰਨਦੇ ਉਹ ਵੀ ਮੱਥਾ ਟੇਕੇ, ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ ਹੀ ਸੀਗਾ। ਟੇਕ ਕੇ ਸਾਰੇ ਖੜੇ। ਸਾਨੂੰ ਕਿਹਾ ਪ੍ਰਧਾਨ ਨੇ, ਬਾਬੇ ਨੇ ਕਿਹਾ ਛੇਤੀ ਦੇਣੀ, ਇੱਕ ਕਮਰਾ ਖਾਲੀ ਕਰੋ, ਬਿਸਤਰਾ ਲਾਓ। ਸਤਿਗੁਰੂ ਮਹਾਰਾਜ ਘਰ ਵਿੱਚ ਲੈ ਕੇ ਆਏ ਆ ਤੁਹਾਡੇ, ਤੇ ਛੱਤ ਚੋਣ ਲੱਗ ਪਈ। ਬੀਬੀ ਨੇ ਮਿੰਟ ਬਹੁਤ ਜਲਦੀ ਛੇਤੀ ਇਹ ਸੋਚਿਆ ਕਿ ਇਹ ਬਾਲਕਾ ਦੇਖ ਲਾ ਤੂੰ ਕਿੰਨਾ ਕੁ ਡਾਢਾ। ਤੋ ਆਪਣੀ ਮੁਸੀਬਤ ਵਿੱਚ ਮੈਂ ਤੈਨੂੰ ਆਪਣੇ ਹਿਰਦੇ ਵਿੱਚ ਯਾਦ ਹੀ ਕੀਤਾ ਆ, ਤੇ ਜਦੋਂ ਮੈਂ ਯਾਦ ਕੀਤਾ ਤੂੰ ਆਪੇ ਹੀ ਚੱਲ ਕੇ ਆ ਗਿਆ। ਅੱਜ ਜੇ ਤੂੰ ਨਾ ਚੱਲ ਕੇ ਆਉਂਦਾ ਮੇਰੀ ਪੱਤ ਨਹੀਂ ਰਹਿਣੀ ਸੀ, ਮੈਨੂੰ ਇਸ ਬਾਬੇ ਪਖੰਡੀ ਨੂੰ ਮੱਥਾ ਟੇਕਣਾ ਪੈਣਾ ਸੀਗਾ। ਮੇਰਾ ਸਿਰ, ਇਹ ਵਾਹਿਗੁਰੂ ਤੇਰਾ ਸੀਸ, ਤੇਰਾ ਹੱਥ ਮੇਰੇ ਸਿਰ ਉੱਤੇ, ਤੇ ਮੈਨੂੰ ਇੱਕ ਪਖੰਡੀ ਨੂੰ ਮੱਥਾ ਟੇਕਣਾ ਪੈਣਾ ਸੀਗਾ। ਤੂੰ ਮੇਰੀ ਲਾਜ ਰੱਖੀ। ਉਸ ਲਈ ਘਰ ਦੇ ਵੀ ਸਾਰੇ ਹੈਰਾਨ ਕਿ ਨੌਂ ਨੂੰ ਤੇ ਘਰੋਂ ਬਾਹਰ ਜਾਣ ਵੀ ਨਹੀਂ ਦਿੱਤਾ ਇੰਨੇ ਦਿਨਾਂ ਵਿੱਚ, ਕੋਈ ਸੁਨੇਹਾ ਵੀ ਨਹੀਂ ਭੇਜਿਆ, ਕੋਈ ਇਹਦੇ ਕੋਲ ਮੋਬਾਈਲ ਨਹੀਂ। ਇਸ ਮਹਾਰਾਜ ਆਪਣੇ ਆਪ ਹੀ ਚੱਲ ਕੇ ਘਰ ਵਿੱਚ ਆ ਗਏ, ਆਪਣੇ ਆਪ ਚੱਲ ਕੇ। ਇਹ ਸ਼ਰਤ ਰੱਖੀ ਸੀ ਕਿ ਤੇਰਾ ਮਹਾਰਾਜ ਜੇ ਉਹ ਚੱਲ ਕੇ ਘਰ ਵਿੱਚ ਆਪੇ ਆ ਜਾਏਗਾ ਤਾਂ ਅਸੀਂ ਉਹਦੇ ਲੜ ਲੱਗ ਜਾਵਾਂਗੇ। ਮਹਾਰਾਜ ਦਾ ਘਰ ਵਿੱਚ ਸਾਧ ਸੰਗਤ, ਵੱਡਾ ਘਰ ਸੀਗਾ, ਸਭ ਕੁਛ ਵਸਤਰ ਸਾਫ ਸੁਥਰੇ ਘਰ ਵਿੱਚ ਸੀ ਵਿਛਾਏ। ਮਹਾਰਾਜ ਨੂੰ ਵਿਰਾਜਮਾਨ ਕਰ ਦਿੱਤਾ, ਦੋ ਸਰੂਪ ਦੋਨੇ ਘਰ 'ਚ ਵਿਰਾਜਮਾਨ ਕਰਤੇ। ਪੀੜ੍ਹੀ ਉੱਤੇ ਪ੍ਰਕਾਸ਼ ਕੀਤਾ, ਸਾਧ ਸੰਗਤ ਪ੍ਰਕਾਸ਼ ਕਰਕੇ ਹੁਕਮਨਾਮਾ ਲਿਆ। ਸਾਰਾ ਹੀ ਪਰਿਵਾਰ ਬੈਠਾ। ਉਸੇ ਵੇਲੇ ਦੇਗ ਬਣਾਈ। ਬੀਬੀ ਨੇ ਆਪਣੇ ਸਹੁਰੇ ਘਰ ਜਿੰਨੇ ਵੀ ਸਾਰਿਆਂ ਨੂੰ ਕਿਹਾ, ਸਾਰੀ ਗੱਲ ਸੁਣਾਈ। ਗ੍ਰੰਥੀ ਸਿੰਘ ਵੀ ਤਗੜਾ ਪ੍ਰਚਾਰਕ ਸੀਗਾ, ਉਹਨੇ ਵੀ ਕਥਾ ਕੀਤੀ। ਆਂਢ ਗੁਆਂਢ ਵੀ ਸਾਰੇ ਚੱਲ ਕੇ ਆ ਗਿਆ। ਮੀਂਹ ਵੀ ਬਹੁਤ ਜ਼ਿਆਦਾ ਵਰਨ ਲੱਗ ਪਿਆ, ਤੇ ਸਾਰੀ ਕਥਾ ਕੀਤੀ ਕਿ ਵਾਹਿਗੁਰੂ ਤੇ ਜਿੱਥੇ ਯਾਦ ਕਰ ਲਓ, ਵਾਹਿਗੁਰੂ ਹਰ ਘਟ ਵਿੱਚ ਵਸਦਾ ਆ। ਇਹ ਤਾਂ ਪ੍ਰਗਟ ਗੁਰਾਂ ਦੇ ਦੇਹ ਹਰਜੀ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਵੀ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਡਾਇਰੀ ਲਿਖਦੇ ਸੀਗੇ, ਜੋ ਮਹਾਰਾਜ ਬਚਨ ਕਰਦੇ ਸੀ ਉਹ ਆਪਣੀ ਡਾਇਰੀ ਵਿੱਚ ਲਿਖ ਲੈਂਦੇ ਸੀਗੇ। ਉਹਨਾਂ ਨੇ ਆਪਣੀ ਡਾਇਰੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਲਿਖਾਏ, ਪ੍ਰਗਟ ਗੁਰਾਂ ਕੀ ਦੇਹ। ਇੱਥੇ ਤੱਕ ਸ਼ਬਦ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰਿਆ। ਉਹ ਤੋਂ ਅੱਗੇ ਰਾਜ ਕਰੇਗਾ ਖਾਲਸਾ। ਇਹ ਫਿਰ ਗਿਆਨੀ ਗਿਆਨ ਸਿੰਘ ਜੀ ਨੇ, ਹੋਰਾਂ ਨੇ ਉਹਦੀ ਵਡਿਆਈ ਵਿੱਚ ਸ਼ਬਦ ਉਚਾਰੇ ਨੇ। ਪ੍ਰਗਟ ਗੁਰਾਂ ਕੀ ਦੇਹ ਤੱਕ ਸ਼ਬਦ ਉਹਨਾਂ ਨੇ ਕਿਹਾ ਕਿ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਕਹਿੰਦੇ ਪ੍ਰਗਟ ਗੁਰਾਂ ਦਾ ਸਰੂਪ ਹੈ, ਦੇਹ ਹੈ। ਜੋ ਦੇਹ ਦੀ ਸੇਵਾ ਉਹ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨੀ, ਕਿਉਂਕਿ ਸ਼ਬਦ ਜੋ ਹੈ ਉਹ ਤੇ ਕਮਾਇਆ ਜਾਂਦਾ ਆ, ਹਿਰਦੇ 'ਚ ਵਸਦਾ ਆ, ਬੋਲਿਆ ਜਾਂਦਾ, ਵਾਹਿਗੁਰੂ ਵਾਹਿਗੁਰੂ ਕਿਹਾ ਜਾਂਦਾ। ਉਹਦੀ ਤਾਂ ਸੇਵਾ ਸਿਮਰਨ ਹੀ ਉਹਦੀ ਸੇਵਾ ਹੈ, ਉਹਦੇ ਚਰਨ ਧੋਣੇ, ਉਹਨੂੰ ਜਪਣਾ ਹੀ ਸੇਵਾ ਹੈ। ਪਰ ਜਿੱਥੇ ਸਰੀਰ ਦੀ ਸੇਵਾ ਆ, ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇਹ ਵਾਂਗੂ ਠੰਡ ਦੇ ਵਿੱਚ ਗਰਮ ਵਸਤਰ, ਗਰਮੀਆਂ ਵਿੱਚ ਸਾਧ ਸੰਗਤ ਏਸੀ, ਜਿਹੜੀ ਚੀਜ਼ ਦੀ ਸਰੀਰ ਨੂੰ ਲੋੜ ਹੈ ਉਸ ਤਰੀਕੇ ਨਾਲ ਸੇਵਾ ਕਰੋਗੇ ਤੇ ਗੁਰੂ ਮਹਾਰਾਜ ਦੀ ਦੇਹ ਦੀ ਸੇਵਾ ਹੁੰਦੀ ਹੈ, ਮਹਾਰਾਜ ਦੀ ਆਪ ਸੇਵਾ ਹੁੰਦੀ। ਦੋ ਦੋ ਪੱਖੇ ਹੋਣੇ ਚਾਹੀਦੇ, ਕਿਉਂਕਿ ਅੱਜ ਹੋ ਜਾਂਦੇ ਨੇ, ਕਰੰਟ ਕੁੱਟ ਲੱਗ ਜਾਂਦੇ ਨੇ, ਅੱਗਾਂ ਪੈ ਜਾਂਦੀਆਂ ਨੇ। ਇੱਕੋ ਹੀ ਪੱਖਾ ਰਾਤ ਦਿਨ ਚੱਲਦਾ ਰਹਿੰਦਾ ਆ, ਉਹ ਬੰਦਾ ਹੀ ਨਹੀਂ ਹੁੰਦਾ। ਇਹਨਾਂ ਦੋ ਪੱਖੇ ਹੋਣ। ਇੱਥੇ ਰਾਜਮਨ ਸਟੇਟ ਗੁਰਦੁਆਰਾ ਸਾਹਿਬ ਜਿੱਥੇ ਸੇਵਾ ਕਰਦੇ ਤੇ ਸਭ ਚੀਜ਼ ਡਬਲ ਰੱਖੀ ਆ। ਇੱਕ ਦਿਨੇ ਪੱਖਾ ਚੱਲੇਗਾ, ਰਾਤ ਨੂੰ ਬੰਦ ਕਰਕੇ ਦੂਜਾ ਚੱਲੇਗਾ। ਇਸ ਤਰ੍ਹਾਂ ਬਦਲ ਕੇ, ਪਰ ਅਸੀਂ ਬਹਾਨਾ ਬਣਾ ਲਿਆ ਕਿ ਪੱਖੇ ਬੰਦ ਹੀ ਕਰ ਦਿਓ, ਮਹਾਰਾਜ ਨੂੰ ਏਸੀ ਲਾਉਣਾ ਬੰਦ ਹੀ ਕਰ ਦਿਓ। ਅਤੇ ਸ਼ਬਦ ਗੁਰੂ ਇਹਨੂੰ ਕਿਹੜੀ ਠੰਡ ਲੱਗਦੀ? ਉਹਨੂੰ ਤਾਂ ਨਹੀਂ ਠੰਡ ਲੱਗਦੀ, ਪਰ ਸਾਡੀ ਠੰਡ ਤਾਂ ਤਾਂ ਹੀ ਦੂਰ ਹੋਣੀ ਹੈ ਜੇ ਗੁਰੂ ਮਹਾਰਾਜ ਦੀ ਸੇਵਾ ਵਿੱਚ ਸਾਧ ਸੰਗਤ ਉਹਨੂੰ ਦੇਹ ਮੰਨ ਕੇ ਮੰਨਾਂਗੇ, ਪ੍ਰਗਟ ਗੁਰਾਂ ਦੇ ਦੇਹ ਮੰਨਾਂਗੇ। ਹੁਣ ਸਾਰੇ ਕਰਦਿਆਂ ਨੇ ਅਰਦਾਸ ਬੇਨਤੀ, ਦੇਗ ਵੀ ਹੋਈ, ਸਭ ਕੁਛ ਧੌਣਾ ਨੀਵੀਆਂ ਪੈ ਗਈਆਂ। ਕਿੱਥੇ ਬਾਬੇ ਨੂੰ ਇਹ ਕਹਿੰਦੇ ਸੀ ਅੱਜ ਬਾਬੇ ਕੋਲ ਲੈ ਕੇ ਜਾਣਾ ਮੱਥਾ ਟਿਕਾਉਣ ਬੀਬੀ ਨੂੰ,
ਤੇ ਗੁਰੂ ਮਹਾਰਾਜ ਆਪਣੇ ਆਪ ਘਰ ਚੱਲ ਕੇ ਆ ਗਏ। ਆਪਣੇ ਆਪ ਮਹਾਰਾਜ ਨੇ ਕੋਈ ਨਾ ਕੋਈ ਬਹਾਨਾ ਬਣਾਇਆ ਤੇ ਆਪਣੇ ਆਪ ਚੱਲ ਕੇ ਆ ਗਏ। ਅਰਦਾਸ ਹੋਈ, ਅਰਦਾਸ ਤੋਂ ਬਾਅਦ ਸਾਰੀ ਵਿਚਾਰ ਬੀਬੀ ਨੇ ਸਾਰੀ ਸੰਗਤ ਨੂੰ ਦੱਸੀ ਕਿ ਮੈਨੂੰ ਇਸ ਤਰੀਕੇ ਨਾਲ ਕੈਦ ਕੀਤਾ ਹੋਇਆ ਕਿ ਤੁਹਾਡਾ ਗੁਰੂ ਪੂਰਾ ਨਹੀਂ ਗਾ, ਉਹ ਆਪਣੇ ਆਪ ਚੱਲ ਕੇ ਆਏਗਾ ਤੇ ਅਸੀਂ ਦੇ ਲੜ ਲੱਗ ਜਾਵਾਂਗੇ। ਫਿਰ ਕਿਉਂਕਿ ਗੁਰੂ ਮਹਾਰਾਜ ਚੱਲ ਕੇ ਵਾਹਿਗੁਰੂ ਹਿਰਦੇ ਤੇ ਸੱਟ ਮਾਰਦਾ। ਸਰੀਰ ਵਿੱਚ 70% ਪਾਣੀ ਆ, 30% ਖੂਨ ਆ, ਔਰ ਜਿੱਥੇ ਵੀ ਵੱਢੋਗੇ ਖੂਨ ਹੀ ਨਿਕਲੇਗਾ, ਪਾਣੀ ਨਹੀਂ ਨਿਕਲੇਗਾ। ਜਦ ਪਾਣੀ 70% ਆ ਪਰ ਨਿਕਲਦਾ ਖੂਨ ਆ, ਪਰ ਜਦ ਦਿਲ ਉੱਤੇ ਸੱਟ ਵੱਜਦੀ ਨਾ ਫਿਰ ਅੱਖ ਵਿੱਚੋਂ ਪਾਣੀ ਨਿਕਲਦਾ, ਉਸ ਵੇਲੇ ਪਾਣੀ ਨਿਕਲਦਾ। ਸਾਹਿਬਜ਼ਾਦਿਆਂ ਦਾ ਪ੍ਰਸੰਗ ਚੱਲ ਪਵੇ, ਅੱਖਾਂ ਵਿੱਚੋਂ ਪਾਣੀ ਆਉਣ ਲੱਗ ਪੈਂਦਾ ਕਿ ਸੱਟ ਹਿਰਦੇ ਵਿੱਚ ਵੱਜੀ ਆ, ਹੋਰ ਕਿਤੇ ਸੱਟ ਲੱਗ ਜਾ ਖੂਨ ਨਿਕਲਦਾ। ਪੈਸੇ ਨਾਲ ਸਾਧ ਸੰਗਤ ਪੁੰਨ ਤੇ ਕੀਤੇ ਜਾ ਸਕਦੇ ਨੇ, ਅਖੰਡ ਪਾਠ ਕਰਾਏ ਜਾ ਸਕਦੇ ਨੇ, ਪੈਸੇ ਨਾਲ ਲੰਗਰ ਲਾਏ ਜਾ ਸਕਦੇ ਨੇ, ਪੈਸੇ ਨਾਲ ਪੁੰਨ ਖਰੀਦੇ ਜਾ ਸਕਦੇ ਨੇ, ਪਰ ਪੈਸੇ ਨਾਲ ਸਾਧ ਸੰਗਤ ਪਾਪ ਨਹੀਂ ਛੱਡੇ ਜਾ ਸਕਦੇ। ਜੇ ਕੋਈ ਮੇਰੇ ਕੋਲ ਪੈਸਾ ਮੈਂ ਪਾਪ ਛੁੱਟ ਜਾਣ ਮੇਰੇ। ਇਸ ਪ੍ਰਮਾਣ ਕਰਦੇ ਨੇ ਗੈਤਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੈਤਸਰੀ ਰਾਗ ਵਿੱਚ ਚੌਥੇ ਪਾਤਸ਼ਾਹ ਸਤਿਗੁਰੂ ਜੀ ਅੱਜ ਦੇ ਹੁਕਮਨਾਮੇ ਅੰਦਰ ਚੌਪ ਦੇ 4 ਪਦਾਂ ਦਾ ਸ਼ਬਦ ਹੈ। ਪਹਿਲੇ ਘਰ ਵਿੱਚ ਪ੍ਰਮਾਣ ਕਰਦੇ ਹਨ ਇੱਕ ਓਂਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਹੈ। ਸਾਰੀ ਸ੍ਰਿਸ਼ਟੀ ਉਸ ਦੀ ਰਚਨਾ ਹੈ, ਗੁਰੂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ। ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਸਤਿਗੁਰੂ ਜੀ ਕਹਿੰਦੇ ਨੇ ਜਿਸ ਤਰ੍ਹਾਂ ਉਸ ਬੀਬੀ ਦੇ ਸਿਰ ਉੱਤੇ ਉਸ ਵਾਹਿਗੁਰੂ ਨੇ ਹੱਥ ਰੱਖ ਦਿੱਤਾ ਤੇ ਉਹਦੇ ਹਿਰਦੇ ਵਿੱਚ ਨਾਮ ਵਸ ਗਿਆ। ਉਹਨੇ ਚਾਹਿਆ ਕਿ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਚੱਲ ਕੇ ਗੁਰੂ ਮੇਰੇ ਘਰ ਆਵੇ, ਤੇ ਇਹੋ ਜਿਹਾ ਸਤਿਗੁਰੂ ਜੀ ਨੇ ਇਹੋ ਜਿਹੀ ਕਲਾ ਵਰਤਾਈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਚੱਲ ਕੇ ਉਸ ਦੇ ਘਰ ਪਹੁੰਚੇ। ਫਿਰ ਹੋਇਆ ਕੀ ਕਹਿੰਦੇ, ਜਨਮ ਜਨਮ ਕੇ ਕਿਲਬਿਕ ਦੁੱਖ ਉਤਰੇ, ਜਨਮਾਂ ਜਨਮਾਂ ਦੇ ਪਾਪ ਲੱਥ ਗਏ। ਗੁਰ ਨਾਮ ਦਿਓ ਰਿਨ ਲਾਤਾ, ਗੁਰੂ ਨੇ ਪ੍ਰਮਾਤਮਾ ਨੇ ਆਪਣਾ ਹਿਰਦੇ ਵਿੱਚ ਨਾਮ ਵਸਾਤਾ। ਰਿਨ ਕਹਿੰਦੇ ਕਰਜ਼ੇ ਨੂੰ, ਤੇ ਜੋ ਵੀ ਪਾਪਾਂ ਦਾ ਕਰਜ਼ਾ, ਜਿਹੜੇ ਪਾਪ ਕੀਤੇ ਸਾਡੇ ਤੇ ਕਰਜ਼ਾ ਲੱਦਿਆ ਹੋਇਆ ਹੈ। ਨਿਆਣੇ ਵਿਗੜ ਜਾਂਦੇ ਨੇ, ਕੀ ਹੁੰਦਾ ਹੈ ਪਿਛਲੇ ਜਨਮਾਂ ਦਾ ਕਰਜ਼ਾ ਲੈਣ ਵਾਸਤੇ ਆਏ ਹੁੰਦੇ ਨੇ, ਉਹ ਫਿਰ ਮਾਂ ਬਾਪ ਨੂੰ ਦੁਖੀ ਕਰਦੇ, ਆਪਣਾ ਕਰਜ਼ਾ ਵਸੂਲਦੇ ਨੇ। ਰਿਨ ਲਾਤਾ ਕਹਿੰਦੇ ਫਿਰ ਇਹ ਜਨਮਾਂ ਜਨਮਾਂ ਦਾ ਕਰਜ਼ਾ ਪਾਪ ਜਿਹੜੇ ਨੇ ਉਹ ਲੱਥ ਜਾਂਦੇ ਨੇ। ਮੇਰੇ ਮਨ ਭਜੇ ਰਾਮ ਨਾਮ ਸਭ ਅਰਥਾ, ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਭਜਾਂਗੇ ਜਪਾਂਗੇ ਇਹ ਸਾਰਾ ਹੀ ਕੰਮ ਅਰਥ ਆਰਥਿਕ ਸਥਿਤੀ ਜਿਹਨੂੰ ਕਹਿੰਦੇ ਨੇ, ਕਿਸੇ ਨੂੰ ਮਾਇਆ ਦੀ ਘਾਟ ਹੈ, ਕਿਸੇ ਦਾ ਸਰੀਰ ਰੋਗੀ ਹੈ, ਕਿਸੇ ਦਾ ਕੁਛ, ਸਭ ਕੁਛ ਹੀ ਸਤਿਗੁਰੂ ਜੀ ਕਹਿੰਦੇ ਉਹਦੇ ਲੇਖੇ ਲੱਗ ਜਾਏਗਾ, ਸਭ ਕੁਛ ਠੀਕ ਹੋ ਜਾਏਗਾ, ਸਭ ਅਰਥ। ਗੁਰਪੂਰੀ ਹਰ ਨਾਮ ਦ੍ਰਿੜਾਇਆ, ਸਤਿਗੁਰੂ ਜੀ ਨੇ ਪੂਰੇ ਨੇ, ਦ੍ਰਿੜ ਕਰਨਾ ਮਤਲਬ ਹੁੰਦਾ ਬਾਰ ਬਾਰ ਵਾਹਿਗੁਰੂ 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 ਜਪੀ ਜਾਣਾ। ਨਾਮ ਦ੍ਰਿੜਾਇਆ, ਉਹ ਦ੍ਰਿੜ ਹੋ ਜਾਂਦਾ, ਨਾਮ ਅੰਦਰ ਵਸ ਜਾਂਦਾ। ਬਿਨਾ ਵੇ ਜੀਵਨ ਬਿਰਥਾ, ਨਾਮ ਤੋਂ ਬਿਨਾ ਸਤਿਗੁਰੂ ਜੀ ਕਹਿੰਦੇ ਸਾਰਾ ਹੀ ਜੀਵਨ ਬਿਰਥਾ ਹੈ। ਕਿਤਨੀ ਸੇਵਾ ਕਰੀਏ, ਸਿਮਰਨ ਕਰੀਏ, ਫਿਰ ਹਿਰਦੇ ਵਿੱਚ ਨਾਮ ਵਸਦਾ ਹੈ। ਰਹਾਉ ਬਿਨ ਗੁਰ ਮੂੜ ਭਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਦਾ, ਕਹਿੰਦੇ ਕਿ ਬਿਨਾਂ ਗੁਰੂ ਤੋਂ ਮੂਰਖ ਨੇ ਲੋਕ, ਮਨਮੁਖ ਨੇ, ਤੇ ਉਹ ਮੋਹ ਮਾਇਆ ਵਿੱਚ ਫਸੇ ਰਹਿੰਦੇ ਨੇ। ਅੰਤਰ ਹਉਮੈ ਕੰਡਾ ਹੈ, ਜਿਉ ਜਿਉ ਚਲੇ ਚੁਭੇ ਦੁੱਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ। ਕਹਿੰਦੇ ਪੈਰ ਵਿੱਚ ਕੰਡਾ ਲੱਗਾ ਹੋਵੇ ਨਾ, ਉੱਤੇ ਜਿੰਨੀ ਮਰਜ਼ੀ ਮਲਮ ਪੱਟੀ ਕਰੀ ਜਾਈਏ, ਜਦੋਂ ਵੀ ਤੁਰੇਗਾ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇ, ਕੰਡਾ ਅੰਦਰ ਚੁਭਦਾ ਰਹਿੰਦਾ ਹੈ। ਉਹ ਚਾਹੇ ਇੰਜੈਕਸ਼ਨ ਲਵਾ ਲਓ, ਚਾਹੇ ਪੱਟੀ ਕਰ ਲਓ, ਮਲਮ ਕਰ ਲਓ, ਜੋ ਜਿੰਨਾ ਚਿਰ ਅੰਦਰੋਂ ਕੰਡਾ ਨਹੀਂ ਬਾਹਰ ਨਿਕਲਦਾ ਸਾਹ ਸਿੰਘ, ਉਹਨਾਂ ਚਿਰ ਆਰਾਮ ਨਹੀਂ ਮਿਲਦਾ। ਔਰ ਜਦੋਂ ਵੀ ਤੁਰੋਂਗੇ ਚੁੱਭੇਗਾ। ਇਸੇ ਤਰੀਕੇ ਨਾਲ ਮਾਇਆ ਦੀ ਹਉਮੈ ਮੋਹ ਇਹ ਸਭ ਕੁਛ ਸਾਡੇ ਅੰਦਰ ਕੰਡੇ ਲੱਗੇ ਹੋਏ ਨੇ। ਅਸੀਂ ਤੁਰਦੇ ਜ਼ਰੂਰ ਆ ਗੁਰੂ ਘਰ ਨੂੰ, ਪਰ ਅੰਦਰੋਂ ਚੁੱਭਦੇ ਨਹੀਂ ਹੋ ਸਕਦੇ। ਇਹਨਾਂ ਨੂੰ ਕੱਢਣ ਵਾਸਤੇ ਸਤਿਗੁਰੂ ਜੀ ਕਹਿੰਦੇ ਬਿਨ ਗੁਰ ਮੂੜ ਪਏ ਹੈ ਮਨਮੁਖ। ਸਤਿਗੁਰੂ ਜੀ ਕਹਿੰਦੇ ਉਹ ਮਨਮੁਖ ਲੋਕ ਨੇ ਜਿਹੜੇ ਮੋਹ ਮਾਇਆ ਵਿੱਚ ਫਸ ਕੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਨਹੀਂ ਵਸਾਉਂਦੇ। ਜਦੋਂ ਨਾਮ ਹੀ ਹਿਰਦੇ 'ਚ ਵਸੇਗਾ ਉਦੋਂ ਇਹ ਕੰਡੇ ਨਿਕਲਣਗੇ। ਤਿਨ ਸਾਧੂ ਚਰਨ ਨਾ ਸੇਵੇ ਕਬਹੂ, ਤਿਨ ਸਭ ਜਨਮ ਅਕਥ। ਜਿਹਨੇ ਸਾਧੂ ਦਾ ਅਰਥ ਹੈਗਾ ਸਤਿਗੁਰੂ, ਜਿਹਨੇ ਸਤਿਗੁਰੂ ਦੇ ਚਰਨ ਕੇ ਹੁੰਦੇ ਆ, ਗੁਰੂ ਦੀ ਵਿਚਾਰ ਨਾਲ ਜੁੜਨਾ, ਇਹ ਸਤਿਗੁਰੂ ਦੇ ਚਰਨ ਨੇ।
ਜਿਹੜੇ ਅਸੀਂ ਕਹਿੰਦੇ ਧੂੜ ਲੈਣੀ ਸਤਿਗੁਰ ਦੇ ਚਰਨਾਂ ਦੀ ਧੂੜ, ਇਹ ਜੋ ਗੁਰਬਾਣੀ ਦੇ ਅਰਥ ਉਹਦਾ ਵਿੱਚ ਬਿਰਤੀ ਲਾਉਣੀ ਅਤੇ ਉਹ ਬਿਰਤੀ ਅਰਥ ਨੂੰ ਸਮਝ ਕੇ ਗੁਰਬਾਣੀ ਪੜ੍ਹਨੀ, ਇਹ ਸਤਿਗੁਰ ਜੀ ਦੇ ਚਰਨਾਂ ਦੀ ਧੂੜ ਹੈ। ਉਹ ਧੂੜ ਹੁਣ ਇਸ ਵੇਲੇ ਆਪਾਂ ਸਤਿਗੁਰ ਦੇ ਚਰਨਾਂ ਦੀ ਧੂੜ ਲੈ ਰਹੇ ਹਾਂ ਅਤੇ ਅਸੀਂ ਅਰਥ ਸਮਝ ਰਹੇ ਹਾਂ, ਅਰਥ ਵਿੱਚ ਸਾਡੀ ਬਿਰਤੀ ਅਤੇ ਮਨ ਸਾਡਾ ਸਾਫ਼ ਹੋ ਰਿਹਾ। ਸਤਿਗੁਰ ਜੀ ਕਹਿੰਦੇ ਉਹ ਹੈ ਤਾਂ ਮਿੱਟੀ ਹੀ, ਕਿਸੇ ਸਾਧੂ ਦੇ ਚਰਨ ਦੀ ਧੂੜ, ਸੰਗਤ ਦੇ ਚਰਨਾਂ ਦੀ। ਇੱਕ ਮਿੱਟੀ ਸਰੀਰ ਨੂੰ ਲੱਗਦੀ, ਅਸੀਂ ਧੋਂਦੇ ਹਾਂ ਉਹਨੂੰ, ਸਰੀਰ ਨੂੰ ਸਾਫ਼ ਕਰਦੇ ਹਾਂ, ਇੱਕ ਮਿੱਟੀ ਹੀ ਹੈ ਅਤੇ ਸਾਧ ਸੰਗਤ ਸਰੀਰ ਨੂੰ ਪਵਿੱਤਰ ਕਰਦੀ ਹੈ ਉਹ ਵੀ ਮਿੱਟੀ। ਹੁਣ ਸੰਗਤ ਆ ਚਰਨ ਗੰਗਾ ਪਾਣੀ ਹੀ ਹਨ, ਸਾਧ ਸੰਗਤ ਪਾਣੀ ਨਾਲ ਅਸੀਂ ਹੱਥ ਪੈਰ ਧੋਂਦੇ ਹਾਂ, ਸਾਫ਼ ਹੁੰਦੇ ਹਾਂ। ਇੱਕ ਉਹਦੇ ਨਾਲ ਸਾਡੀ ਮਿੱਟੀ ਮੈਲ ਧੋਂਦੀ ਆ, ਇੱਕ ਮੈਲ ਧੋਤੇ ਹੋਏ ਪਾਣੀ ਵਿੱਚ ਸੰਗਤਾਂ ਦੇ ਚਰਨ ਪਏ ਨੇ, ਉਹ ਹਿਰਦੇ ਦੀ ਮੈਲ ਧੋ ਦਿੰਦੀ ਹੈ। ਉਹੀ ਪਾਣੀ ਤਾਂ ਉਹੀ ਆ, ਉਹ ਮਿੱਟੀ ਵਾਲਾ ਹੀ ਪਾਣੀ, ਸੰਗਤਾਂ ਦੇ ਚਰਨ ਧੂੜ ਵਾਲਾ ਪਾਣੀ ਤੇਰੇ ਪਾਪ ਸਾਫ਼ ਕਰੀ ਜਾਂਦੇ ਆ। ਸਾਧੂ ਦੀ ਧੂੜ ਜਿਹੜੀ ਹੈ ਚਰਨਾਂ ਦੀ ਹੈ ਮਿੱਟੀ, ਪਰ ਉਹ ਤੇਰੇ ਮੱਥੇ ਨੂੰ ਜੇ ਲੱਗ ਜਾਏ ਤਾਂ ਤੇਰੇ ਕਰਮਾਂ ਦੀਆਂ ਰੇਖਾ ਬਦਲ ਦਿੰਦਾ, ਤੇਰੇ ਕਰਮ ਖੋਲ ਦਿੰਦੀ ਉਹ ਧੂੜ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਤਿਨ ਸਾਧੂ ਚਰਨ ਸਾਧ ਭਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਕਹਿੰਦੇ ਉਹਦਾ ਜਨਮ ਸਫਲਾ ਹੋ ਜਾਂਦਾ, ਸਭ ਕੁਛ ਸਾਰੇ ਕਾਰਜ ਉਹਦੇ ਰਸ ਹੋ ਜਾਂਦੇ। ਮੋਹ ਕੋ ਦੀਜੇ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਾਥਾ। ਹੇ ਵਾਹਿਗੁਰੂ, ਮੈਨੂੰ ਆਪਣਾ ਦਾਸ ਬਣਾ ਕੇ ਤੂੰ ਮੈਨੂੰ ਦਇਆ ਕਰਕੇ, ਦਇਆ ਧਾਰ ਜਗਨਾਥਾ, ਸਾਡੇ 'ਤੇ ਵਾਹਿਗੁਰੂ ਦਇਆ ਕਰਕੇ ਤੂੰ ਆਪਣਾ ਸਾਨੂੰ ਦਾਸ ਬਣਾ ਲਾ। ਤੂੰ ਆਪਣਾ ਜਦੋਂ ਦਾਸ ਬਣਾ ਲਏਂਗਾ ਅਸੀਂ ਤੇਰੇ ਬਣ ਜਾਵਾਂਗੇ। ਫਿਰ ਕੀ ਬੇਨਤੀ ਕਰਦੇ ਸਤਿਗੁਰੂ, ਹਮ ਅੰਧਲੇ ਗਿਆਨਹੀਨ ਅਗਿਆਨੀ। ਕਹਿੰਦੇ ਅਸੀਂ ਨਾਮ ਤੋਂ ਅੰਧੇ ਹਾਂ, ਗਿਆਨ ਤੋਂ ਅੰਨੇ ਹਾਂ, ਸਾਨੂੰ ਕੋਈ ਗਿਆਨ ਨਹੀਂ ਵਾਹਿਗੁਰੂ ਤੇਰੇ ਘਰ ਦਾ, ਅਗਿਆਨੀ ਹਾਂ। ਕਿ ਉਹ ਚਾਲੇ ਮਾਰਗ ਪੰਥਾ, ਹੁਣ ਰਾਸਤਾ ਤਾਂ ਹੈਗਾ ਪਰ ਅੱਖਾਂ ਅੰਨੀਆਂ ਹੋਣ ਅਤੇ ਰਾਸਤੇ 'ਤੇ ਤੁਰਿਆ ਨਹੀਂ ਜਾਂਦਾ, ਔਖਾ ਪੈਂਦਾ। ਰਾਸਤਾ ਸਾਫ਼ ਆ, ਸਭ ਕੁਛ ਹੈਗਾ ਕਿ ਅੱਖਾਂ ਨਹੀਂ। ਸਤਿਗੁਰੂ ਜੀ ਕਹਿੰਦੇ ਗਿਆਨ ਅਗਿਆਨੀ ਕਿਉਂ ਚਾਲੇ ਮਾਰਗ ਪੰਥਾ, ਤੇਰੇ ਰਾਸਤੇ 'ਤੇ ਕਿਵੇਂ ਚੱਲੀਏ, ਕਿਉਂਕਿ ਇਸ 'ਤੇ ਅਗਿਆਨੀ ਆ। ਸਾਡੀਆਂ ਅੱਖਾਂ ਜਿਹੜੀਆਂ ਜਿਹਦੇ ਵਿੱਚ ਗਿਆਨ ਅੰਜਨ ਜਿਹੜਾ ਸੁਰਮਾ ਹੈ, ਗਿਆਨ ਦਾ ਸੁਰਮਾ ਨਹੀਂ, ਅੱਖਾਂ ਤੋਂ ਅਸੀਂ ਅੰਨੇ ਹਾਂ, ਗਿਆਨ ਤੋਂ ਅੰਨੇ ਹਾਂ, ਨਾਮ ਦੀ ਕਮਾਈ ਨਹੀਂ। ਫਿਰ ਤੇਰੇ ਰਾਸਤੇ 'ਤੇ ਕਿਵੇਂ ਤੁਰੀਏ? ਰਾਸਤਾ ਤੇ ਤੇਰਾ ਸਾਫ਼ ਹੈ ਪਰ ਸਾਨੂੰ ਦਿਸਦਾ ਨਹੀਂ। ਉੱਥੇ ਤੁਰਨ ਦਾ ਇੱਕੋ ਹੀ ਤਰੀਕਾ ਸਤਿਗੁਰੂ ਕਹਿਣਾ, ਅੰਧਲੇ ਕੋ ਗੁਰ ਅੰਚਲ ਦੀਜੈ। ਕਿਸੇ ਅੰਨੇ ਨੂੰ ਸਾਧ ਸੰਗਤ ਬਾਂਹ ਫੜ ਲਈਏ, ਅੰਚਲ ਫੜਾ ਦਈਏ, ਪਰਨਾ ਫੜਾ ਦਈਏ, ਲਾਠੀ ਫੜਾ ਦਈਏ ਅਤੇ ਸਾਧ ਸੰਗਤ ਲਾਠੀ ਫੜ ਕੇ ਉਹਨੂੰ ਜਿੱਥੇ ਤੱਕ ਮਰਜ਼ੀ ਤੋਰ ਕੇ ਲੈ ਜਾਓ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਬੇਨਤੀ ਕਰਦੇ ਨੇ ਸ਼ਬਦ ਰਾਹੀਂ, ਸਤਿਗੁਰੂ ਜੀ ਹਮ ਅੰਧਲੇ ਕੋ ਗੁਰ ਅੰਚਲ ਦੀਜੈ। ਇਹ ਗੁਰੂ ਜੀ ਸਾਨੂੰ ਆਪਣਾ ਅੰਚਲ ਫੜਾ ਦੇ, ਜਨ ਨਾਨਕ ਚਲੇ ਮਿਲੱਥਾ। ਕਿਉਂਕਿ ਜਦੋਂ ਅੰਚਲ ਫੜਾ ਦੇਂਗਾ, ਤੂੰ ਪਰਨਾ ਫੜਾ ਦੇਂਗਾ, ਸਾਨੂੰ ਸਾਰਾ ਫੜਾ ਦੇਂਗਾ, ਅਸੀਂ ਤੇਰੇ ਨਾਲ ਨਾਲ ਚੱਲਦੇ ਚੱਲਦੇ ਤੇਰੇ ਘਰ ਤੱਕ ਪਹੁੰਚ ਜਾਵਾਂਗੇ। ਇਹ ਬੇਨਤੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਇਸ ਤਰ੍ਹਾਂ ਉਸ ਬੀਬੀ ਨੇ ਸਾਧ ਸੰਗਤ ਬੇਨਤੀ ਕੀਤੀ, ਉਹਦੇ ਸਾਰੇ ਪਾਪ ਲੱਥ ਗਏ। ਅਤੇ ਨਾਲ ਅਰਦਾਸ ਕਰਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਕਿ ਮੇਰੇ ਪਰਿਵਾਰ ਨੂੰ ਵੀ ਐਸੀ ਸਮੱਤ ਹੈ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼, ਤੂੰ ਤੇ ਵੱਡੇ ਵੱਡੇ ਪਾਪੀਆਂ ਨੂੰ, ਗਣਕਾਂ ਵਰਗੇ ਪਾਪਣ ਨੂੰ ਬਖਸ਼ ਦਿੱਤਾ, ਉਹਦੇ ਪਾਪ ਨਹੀਂ ਦੇਖੇ, ਉਹਦੇ ਪਾਪਾਂ 'ਤੇ ਵੀ ਤੂੰ ਦਿਆਲ ਹੋ ਗਿਆ। ਅਤੇ ਇਹਨਾਂ ਮੂਰਖਾਂ ਨੂੰ ਤੂੰ ਉਪਦੇਸ਼ ਦੇ ਕੇ ਆਪਣੇ ਵੱਲ ਆਪਣੇ ਲੜ ਲਾ ਲਾ। ਜਦੋਂ ਅਰਦਾਸ ਕੀਤੀ, ਬਿਰਤੀ ਕਦੇ ਨਾ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਸਤਿਗੁਰੂ ਜੀ ਨੇ ਅਰਦਾਸ ਸਰਵਣ ਕਰ ਲਈ, ਸਾਧ ਸੰਗਤ ਸਾਰੇ ਹੀ ਪਰਿਵਾਰ ਨੇ ਅੰਮ੍ਰਿਤ ਛਕ ਲਿਆ। ਸਾਧ ਸੰਗਤ ਇੱਕ ਧੀ ਨੇ ਪੂਰੇ ਪਰਿਵਾਰ ਨੂੰ ਅੰਮ੍ਰਿਤਧਾਰੀ ਬਣਾਤਾ, ਸਾਰਿਆਂ ਨੂੰ ਸੀਸ ਨਵਾਇਆ। ਤੇਰਾ ਗੁਰੂ ਪੂਰਾ ਆ, ਘਰੋਂ ਜਾਣ ਵੀ ਨਹੀਂ ਦਿੱਤਾ ਤੈਨੂੰ, ਤੇਰਾ ਗੁਰੂ ਆਪ ਚੱਲ ਕੇ ਤੇਰੇ ਕੋਲ ਆਇਆ। ਉਸ ਬੀਬੀ ਦੀ ਸ਼ਰਧਾ ਨੂੰ, ਭਾਵਨਾ ਨੂੰ ਫਲ ਲੱਗਾ। ਸਾਧ ਸੰਗਤ ਤਾਂ ਹਮੇਸ਼ਾ ਸਾਧ ਸੰਗਤ ਜ਼ਿੰਦਗੀ ਵਿੱਚ ਯਾਦ ਰੱਖੋ, ਉਸ ਮਾਲਕ ਨੂੰ ਜਿਸ ਰੂਪ ਵਿੱਚ ਦੇਖਾਂਗੇ, ਜਿੱਥੇ ਚਾਹਾਂਗੇ ਉੱਥੇ ਹੀ ਗੁਰੂ ਦਰਸ਼ਨ ਦੇ ਦਿੰਦਾ ਆ। ਜਿਸ ਰੂਪ ਵਿੱਚ ਦੇਖਾਂਗੇ ਉਸੇ ਰੂਪ ਵਿੱਚ ਗੁਰੂ ਸਾਧ ਸੰਗਤ, ਗੁਰੂ ਨਾਨਕ ਰੂਪ ਵਿੱਚ ਦੇਖਾਂਗੇ, ਉਹ ਗੁਰੂ ਨਾਨਕ ਰੂਪ ਵਿੱਚ ਹੀ ਦਰਸ਼ਨ ਦੇਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੂਪ ਵਿੱਚ ਦੇਖਣਾ ਚਾਹੋ, ਉਸ ਰੂਪ ਵਿੱਚ ਹੀ ਦਰਸ਼ਨ ਦੇਵੇਗਾ। ਵਾਹਿਗੁਰੂ ਦੇ ਸਾਰੇ ਰੂਪ ਨੇ, ਉਹ ਹਰ ਘਟ ਵਿੱਚ, ਹਰ ਰੂਪ ਵਿੱਚ ਵਸਦਾ। ਤੇਰੀ ਸ਼ਰਧਾ ਕਿਸ ਸਰੂਪ 'ਤੇ ਆ, ਉਸੇ ਸਰੂਪ ਵਿੱਚ ਸਤਿਗੁਰੂ ਜੀ ਦਰਸ਼ਨ ਦਿਆ ਕਰਦੇ ਹਨ। ਪਰ ਕਦੇ ਵੀ ਗੁਰੂ ਦੇ ਸਿੱਖ ਬਣ ਕੇ ਕਿਸੇ ਮਰੀ ਮਸਾਣ, ਕਿਸੇ ਸਾਧ ਸੰਗਤ ਪਖੰਡੀ ਬਾਬੇ ਨੂੰ, ਕਿਸੇ ਦੇਹਧਾਰੀ ਨੂੰ ਸਾਧ ਸੰਗਤ ਗੁਰੂ ਮੰਨ ਕੇ ਮੱਥਾ ਟੇਕਣ ਨਾਲ ਗੁਰੂ ਸਾਧ ਸੰਗਤ ਸਹਾਈ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ
एक ਅੰਮ੍ਰਿਤਧਾਰੀ ਗੁਰਸਿੱਖ ਨੂੰ ਗੱਡੇ ਨਾਲ ਬੰਨਿਆ, ਘੁੱਟ ਕੇ ਬੰਨ ਕੇ ਤੇ ਲਈ ਜਾਣ ਗੁਰੂ ਮਹਾਰਾਜ ਨੂੰ ਅਨੰਦਪੁਰ ਸਾਹਿਬ ਨੂੰ। ਸਾਰੀਆਂ ਸੰਗਤਾਂ ਹੈਰਾਨ ਕਿ ਗੁਰਸਿੱਖ ਪਾਗਲਾਵਾਂ ਨੂੰ ਕਰਦਾ ਆ। ਅੰਮ੍ਰਿਤਧਾਰੀ ਕਿਰਪਾਨ ਪਾਈ ਆ, ਬੰਨਿਆ ਹੋਇਆ। ਮਹਾਰਾਜ ਕੋਲ ਗਏ ਜਦੋਂ ਮਹਾਰਾਜ ਨੇ ਮਾੜਾ ਜਿਹਾ ਦੇਖਿਆ, ਉਹਦੀ ਦ੍ਰਿਸ਼ਟੀ ਪਾਈ ਭਾਈ ਦਇਆ ਸਿੰਘ ਜੀ ਨੂੰ, ਕਹਿੰਦੇ ਇਹ ਤਾਂ ਖੋਲ ਦੋ ਹੱਥ ਪੈਰ ਦੇ। ਨਾਲ ਦੇ ਜਿੰਨੇ ਸੀ, ਨਹੀਂ ਮਹਾਰਾਜ ਇਹਨੂੰ ਹੱਥ ਪੈਰ ਖੋਲ੍ਹੇ ਨੂੰ ਦੌੜ ਜਾਣਾ, ਲੱਭਦਾ ਨਹੀਂ, ਬਹੁਤ ਖੂਬ ਦੌੜ ਜਾਂਦਾ ਹੈ, ਪਾਗਲ ਹੋ ਗਿਆ। ਸਤਿਗੁਰੂ ਨੇ ਜਾਂਦਾ ਛਿੱਟਾ ਮਾਰ ਕੇ ਹੱਥ ਪੈਰ ਖੋਲ੍ਹੇ, ਪੁੱਛਿਆ, ਸੋਚੀ ਆ ਗਈ ਇੱਕਦਮ। ਸਤਿਗੁਰੂ ਜੀ ਨੇ ਕਿਰਪਾ ਕਰਤੀ। ਕੀ ਹੋਇਆ? ਘਰ ਦੀ ਜਿਹੜੀ ਸੀ ਉਹ ਮੜੀਆਂ ਨੂੰ ਮਸਾਣਾ ਨੂੰ ਮੰਨਦੀ ਸੀ, ਬਹੁਤ ਮੰਨਦੀ ਸੀ। ਰੋਜ਼ ਉਹਨੇ ਕੜਾ ਕਰਨਾ, ਕਿਸੇ ਸਰਵਣ ਪੀਰ ਜਿਹੜਾ ਉਹਦੇ ਕੋਲ ਜਾਣਾ, ਉੱਥੇ ਮੱਥਾ ਟੇਕਣਾ। ਕੜਾ ਕਲੇਸ਼ ਘਰ ਚੋਂ ਹਟੇ ਹੀ ਨਾ। ਇਹ ਤਾਂ ਅਨੰਦਪੁਰ ਵਾਲੇ ਸਤਿਗੁਰੂ ਜੀ ਨੂੰ ਮੰਨਣ ਵਾਲਾ ਗੁਰਸਿੱਖ, ਪਰ ਬੀਬੀ ਘਰ ਵਿੱਚ ਐਸੀ ਆ ਗਈ ਕਿ ਬੀਬੀਆਂ ਦਾ ਅਸਰ ਜ਼ਿਆਦਾ ਹੋ ਜਾਂਦਾ ਭਾਈਆਂ ਨਾਲ। ਪੂਰੇ ਘਰ 'ਤੇ ਐਸਾ ਉਹਦਾ ਅਸਰ ਪੈ ਗਿਆ ਕਿ ਉਹ ਬਾਕੀ ਵੀ ਉਹਨਾਂ ਦੇ ਪਰਿਵਾਰ ਨੂੰ ਸਰੇਵੜੀ ਪੀਰ ਦੀ ਮੜੀ ਮਸਾ ਕੇ ਜਾ ਕੇ ਮੱਥਾ ਟੇਕਣ, ਪਰ ਇਹ ਕਹਿੰਦਾ ਮੈਂ ਨਹੀਂ ਮੱਥਾ ਟੇਕਣਾ, ਮੈਂ ਨਹੀਂ ਜਾਣਾ। ਬਹੁਤ ਅੜਿਆ ਉੜਿਆ। ਫਿਰ ਘਰਦਿਆਂ ਨੇ ਸਾਰਾ ਸਮਝਾਇਆ, ਕੀ ਮੱਥਾ ਟੇਕਣਾ, ਤੂੰ ਚਲੀ ਜਾ, ਘਰ 'ਚ ਤੇਰੇ ਰੋਜ਼ ਕੜਾ ਪੈਂਦੀ ਹੈ, ਤੇਰੀ ਘਰ ਵਾਲੀ ਤੇਰੇ ਪੁੱਠਾ ਸਿੱਧਾ ਤੈਨੂੰ ਬੋਲਦੀ ਹੈ, ਤੇ ਰੋਹ ਮਾਰਦੀ ਆ, ਤੇ ਗੁਰੂ ਤੂੰ ਕਿਹੜਾ ਗੁਰੂ ਨਾਲ ਟੁੱਟ ਚੱਲਾਂਗੇ, ਤੂੰ ਜਾਂ ਚਲੇ ਜਾ, ਜਾਣਨਾ ਕੀ ਆ, ਇੱਕ ਦਿਨ ਚਲੇ ਜਾ, ਮੁੜ ਕੇ ਨਾ ਜਾਏ। ਉਹ ਲੈ ਗਈ ਜ਼ੋਰ ਨਾਲ ਹੀ, ਅਸਰ ਹੋ ਗਿਆ। ਚਲਾ ਗਿਆ ਸਾਧ ਸਿੰਘ, ਜਾ ਕੇ ਮੜੀ ਦੇ ਉੱਤੇ ਸਾਧ ਸਿੰਘ ਮਾੜਾ ਜਿਹਾ ਮੱਥਾ ਜਿਹਾ ਟੇਕਿਆ, ਮਾੜਾ ਜਿਹਾ ਉੱਥੇ ਧੌਣਾ ਫੜ ਲਿਆ, ਚੜ੍ਹ ਗਿਆ, ਉਹ ਭੂਤ ਸਵਾਰ ਹੋ ਗਿਆ ਉਹਦੇ ਉੱਤੇ। ਅਤੇ ਗੁਰੂ ਦਾ ਸਿੱਖ ਆਇਆ ਆ, ਉਹ ਤੇਰੀ ਪੱਗ ਜਿਹੜੀ ਆ ਗੁਰੂ ਦੇ ਦਰ 'ਤੇ ਚੁੱਕਣੀ ਚਾਹੀਦੀ। ਇੱਕ ਮੜੀ ਉੱਤੇ ਝੁੱਕ ਕੇ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਦਸਤਾਰ ਅਤੇ ਪੱਗ ਜੇ ਇਹ ਚੁੱਕੀ, ਉਹ ਉਸੇ ਵੇਲੇ ਹੀ ਸਾਧ ਸਿੰਘ ਹੋਰ ਕਿਸੇ ਨੂੰ ਭੂਤ ਚੁੰਬੜੇ ਨਾ ਚੰਬੜੇ, ਉਹਨੂੰ ਉਸੇ ਵੇਲੇ ਚੁੰਬੜ ਗਿਆ। ਉਹ ਤਾਂ ਉਸੇ ਵੇਲੇ ਕੱਪੜੇ ਪਾੜਨ ਲੱਗ ਪਿਆ, ਇੱਧਰ ਉੱਧਰ ਭੱਜਣ ਲੱਗ ਪਿਆ, ਕਿਉਂਕਿ ਗੁਰੂ ਦਾ ਸਿੱਖ ਹੋ ਕੇ ਝੁੱਕ ਗਿਆ ਕਬਰਾਂ ਦੇ ਉੱਤੇ। ਉਸ ਦਿਨ ਫੜਿਆ ਜ਼ੋਰ ਨਾਲ, ਗੱਡਿਆਂ ਨਾਲ ਬੰਨ੍ਹ ਕੇ ਲੈ ਕੇ ਆਏ। ਉਹਨੇ ਆਪਣੇ ਆਪ ਕਿਹਾ, ਮੈਂ ਕੀ ਕਰਾਂ, ਮੇਰੀ ਘਰ ਵਾਲੀ ਆ, ਇਹਨੇ ਮੈਨੂੰ ਬਹੁਤ ਤੰਗ ਕਰਤਾ, ਮੈਂ ਚਲੋ ਕਲੇਸ਼ ਕਿਸ ਤਰ੍ਹਾਂ ਖਤਮ ਹੋ ਜਾਏ। ਕਹਿੰਦੇ ਤੂੰ ਕਲੇਸ਼ ਤੋਂ ਡਰਦਾ ਹੋਇਆ ਆਪਣੇ ਗੁਰੂ ਦੀ ਪੱਗ 'ਤੇ ਦਸਤਾਰ 'ਤੇ ਦਾੜਾ, ਦੋ ਹੀ ਚੀਜ਼ਾਂ ਨੂੰ ਪ੍ਰਕਾਸ਼ ਲੱਗਦਾ। ਇੱਕ ਅਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਨਾ, ਇੱਕ ਅਸੀਂ ਕਹਿੰਦੇ ਦਾੜੇ ਦਾ ਪ੍ਰਕਾਸ਼ ਕਰਨਾ। ਮਹਾਰਾਜ ਨੇ ਦਾੜੇ ਨੂੰ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਬਰਾਬਰ ਗਿਣਤਾ। ਮਹਾਰਾਜ ਦੇ ਨੂੰ ਪ੍ਰਕਾਸ਼ ਲੱਗਦਾ ਆ ਅਤੇ ਦਾੜੇ ਨੂੰ ਪ੍ਰਕਾਸ਼ ਲੱਗਦਾ। ਕਹਿੰਦੇ ਹੋ ਕੇ ਗੁਰੂ ਦਸ਼ਮੇਸ਼ ਦਾ ਪੁੱਤਰ ਝੁਕੇ ਜਾ ਕੇ ਮੜੀਆਂ, ਫਿਰ ਭੂਤਾਂ ਦਾ ਜ਼ੋਰ ਤੇ ਪਈ ਜਾਣਾ ਆ, ਕਿਉਂਕਿ ਤੂੰ ਗੁਰੂ ਦਾ ਸੀਸ ਮੜੀਆਂ ਮੁਰ ਚੁਕਾਤਾ। ਅਤੇ ਉਸ ਵੇਲੇ ਹੱਥ ਜੋੜੇ, ਇਹਨਾਂ ਨੂੰ ਵੀ ਸਮਤ ਬਖਸ਼ੋ। ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਉਹਦੇ ਪਰਿਵਾਰ ਨੂੰ ਵੀ ਸਮਤ ਬਖਸ਼ਤੀ, ਅਤੇ ਉਹ ਵੀ ਸਾਧ ਸੰਗਤ ਸਾਧ ਸੰਗਤ ਗੁਰਸਿੱਖ ਬਣ ਗਏ। ਸਾਰਿਆਂ 'ਤੇ ਸਾਧ ਸੰਗਤ ਕਿਰਪਾ ਹੋ ਗਈ। ਤਾਂ ਕਿ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਜ ਕਿਰਪਾ ਕੀਤੀ। ਗੁਰੂ ਦੇ ਪਿਆਰੇ ਹੋ, ਗੁਰੂ ਦੇ ਲੜ ਲੱਗੇ ਹੋ। ਇਸ ਗੁਰੂ ਤੋਂ ਵੱਡਾ ਨਾ ਕੋਈ ਅੱਜ ਤੱਕ ਹੋਇਆ ਹੈ, ਨਾ ਹੋਣਾ ਹੈ। ਮੋਨੀ ਅਵਤਾਰ ਸਤਿਗੁਰੂ ਜੀ ਨੇ ਕਹਿਤਾ, ਤੁਹਾਨੂੰ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ, ਤੁਹਾਨੂੰ ਉਸ ਗੁਰੂ ਦੇ ਲੜ ਲਾ ਕੇ ਚੱਲੇ ਹਾਂ ਜਿਹੜਾ ਕਦੀ ਵੀ ਜੋਤੀ ਜੋਤ ਸਮਾਉਣ ਦਾ ਦਿਹਾੜਾ ਨਹੀਂ ਆਏਗਾ। 10 ਗੁਰੂ ਜੋਤੀ ਜੋਤ ਸਮਾਏ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਕਦੀ ਵੀ ਦਿਹਾੜਾ ਨਹੀਂ ਆਉਣਾ ਹੈ। ਸਾਧ ਸੰਗਤ ਜੁਗੋ ਜੁਗ ਅਟਲ ਸਤਿਗੁਰੂ ਜਿਹੜੇ ਅਸੀਂ ਲੜ ਲੱਗ ਕੇ, ਫਿਰ ਸਾਧ ਸੰਗਤ ਅਸੀਂ ਮੜੀਆਂ 'ਤੇ ਜਾਈਏ, ਦੀਵੇ ਜਗਾਈਏ, ਜਾ ਕੇ ਝੁਕੀਏ ਸਾਧ ਸੰਗਤ ਆਪਣੇ ਸੀਸ ਨੂੰ। ਉਹ ਗੁਰੂ ਨੂੰ ਲਾਜ ਲੱਗਦੀ ਹੈ, ਤੁਧ ਉੱਪਰ ਆਨੀ ਹੈ, ਕਹਿੰਦੇ ਗੁਰੂ 'ਤੇ ਲਾਜ ਲੱਗ ਜਾਂਦੀ। ਇਸ ਕਰਕੇ ਚੜ੍ਹਦੀ ਕਲਾ ਵਿੱਚ ਰਹੋ। ਗੁਰੂ ਸਾਡਾ ਸਮਰੱਥ ਹੈ, ਜਿੱਥੇ ਵੀ ਯਾਦ ਕਰਦੇ ਹਾਂ ਸ਼ਬਦ ਸਾਡੀ ਸਹਾਇਤਾ ਮਦਦ ਹਰ ਹਾਲਤ 'ਚ ਕਰਦਾ। ਸਭ ਕੁਛ ਦੁਨੀਆ ਛੱਡ ਜਾਏਗੀ, ਪਰ ਇੱਕ ਗੁਰੂ ਨਾਮ ਰਹਿਓ, ਸਾਧੂ ਰਹਿਓ ਗੁਰੂ ਗੋਬਿੰਦ। ਨਾ ਨਾਮ ਕਿਤੇ ਜਾਣਾ, ਨਾ ਸਾਧੂਆਂ ਨੇ ਕਿਤੇ ਜਾਣਾ, ਨਾ ਗੁਰੂ ਅਤੇ ਗੋਬਿੰਦ। 4 ਚੀਜ਼ਾਂ ਸਦਾ ਹੀ ਥਿਰ ਨੇ, ਇਹ ਕਦੀ ਵੀ ਨਹੀਂ ਜਾਣੀਆਂ। ਤਾਂ ਤੇ ਸਾਧ ਸੰਗਤ ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਗੁਰੂ ਦੇ ਲੜ ਲੱਗੇ ਰਹੀਏ, ਰੋਜ਼ਾਨਾ ਸਤਸੰਗ ਵਿੱਚ ਆ ਕੇ ਕਥਾ ਵਿਚਾਰ ਨਾਲ ਜੁੜੀਏ। ਸੋ ਇੱਥੇ ਹੀ ਫਤਿਹ ਬੁਲਾਈਏ। ਆਨੰਦ ਸਾਹਿਬ ਵਿੱਚ ਉੱਚੀ ਆਵਾਜ਼ ਵਿੱਚ ਸਾਰਿਆਂ ਨੇ ਆਨੰਦ ਸਾਹਿਬ ਦਾ ਪਾਠ ਕਰਨਾ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ।